ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲਬਾਤ ਕਰਾਂਗੇ ਮੌਰਗੇਜ ਦੇ ਰਿਲੇਟਡ। ਮਯੰਕ ਭਟਨਾਗਰ ਜੀ ਜੀਐਨਈ ਮੌਰਗੇਜ ਤੋਂ ਸਟੂਡੀਓ ਦੇ ਵਿੱਚ ਪਹੁੰਚੇ ਨੇ। ਸਾਰੇ ਜਿੰਨੇ ਵੀ ਸਾਡੇ ਦਰਸ਼ਕ ਨੇ ਬੜੀ ਚਿੰਤਾ ਦੇ ਵਿੱਚ ਨੇ ਕਿ ਇੰਟਰਸਟ ਰੇਟ ਉੱਪਰ ਜਾਊ ਜਾਂ ਡਰੋਪ ਹੋਊਗਾ ਇੰਟਰਸਟ ਰੇਟ, ਜੋ ਕਿ ਜੁਲਾਈ 12 ਨੂੰ ਇੰਟਰਸਟ ਰੇਟ ਦਾ ਪਤਾ ਲੱਗੂਗਾ। ਆਪਾਂ ਜ਼ਰੂਰ ਜਾਣਕਾਰੀ ਲੈਂਦੇ ਹਾਂ ਸਾਡੇ ਦਰਸ਼ਕਾਂ ਵਾਸਤੇ। ਜੇ ਤੁਸੀਂ ਘਰ ਦੀ ਕੋਈ ਕਲੋਜ਼ਿੰਗ ਮੌਰਗੇਜ ਕਰਾਉਣੀ ਹੈਗੀ ਆ ਜਾਂ ਤੁਸੀਂ ਕਮਰਸ਼ੀਅਲ ਰੈਜ਼ੀਡੈਂਸ਼ੀਅਲ, ਤਾਂ ਇੱਕੋ ਇੱਕ ਨੰਬਰ ਮਯੰਕ ਭਟਨਾਗਰ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਆ 647 702 2023 ਦੇ ਉੱਤੇ। ਪਹਿਲਾਂ ਆਪਾਂ ਭਟਨਾਗਰ ਸਾਹਿਬ ਵੈਲਕਮ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਵੈਰੀ ਗੁੱਡ ਆਫਟਰਨੂਨ। ਕੀ ਹਾਲ ਚਾਲ ਹੈ ਜੀ? ਹਾਲ ਚਾਲ ਬਹੁਤ ਵਧੀਆ। ਤੇ ਮਾਰਕੀਟ ਦੇ ਜਿਹੜੇ ਹਾਲ ਚਾਲ ਨੇ ਭਟਨਾਗਰ ਸਾਹਿਬ, ਉਹ ਬੜੇ ਡਾਵਾਡੋਲ ਦਿਸਦੇ ਨੇ। ਲੋਕੀ ਬੜੇ ਪੈਨਿਕ ਹੋਏ ਨੇ, ਕੁਛ ਦੱਸ ਰਹੇ ਨੇ ਵੀ ਕਿਹੜਾ ਇੰਟਰਸਟ ਰੇਟ ਆ ਉੱਪਰ ਜਾਊਗਾ, ਘਰਾਂ ਦੀ ਪ੍ਰਾਈਸਾਂ ਥੱਲੇ ਆਉਣਗੀਆਂ ਜਾਂ ਉੱਪਰ ਹੋਣਗੀਆਂ। ਲੋਕੀ ਮਤਲਬ ਬੜੇ ਦੋ ਚਿੱਤੀ ਦੇ ਵਿੱਚ ਪਏ ਹੋਏ ਨੇ ਕਿ ਘਰ ਲਈਏ ਜਾਂ ਹਜੇ ਹੋਲਡ ਤੇ ਰੱਖੀਏ, ਕਿਉਂਕਿ ਤੁਸੀਂ ਆਪਾਂ ਕਹਿ ਸਕਦੇ ਹਾਂ ਜੀ ਮੌਰਗੇਜ ਦੀ ਦੁਨੀਆ ਦੇ ਕਿੰਗ ਨੇ, ਬਾਦਸ਼ਾਹ ਨੇ ਇਹ। ਕਿਉਂਕਿ ਲਾਸਟ ਮਿੰਟ ਦੇ ਉੱਤੇ ਜੇ ਕਿਸੇ ਦੀ ਮੌਰਗੇਜ ਨਹੀਂ ਹੁੰਦੀ ਹੈਗੀ ਤਾਂ ਤੁਸੀਂ ਮਯੰਕ ਸਾਹਿਬ ਉਹਨਾਂ ਦੇ ਨਾਲ ਸੰਪਰਕ ਕਰੋ। ਤੁਹਾਡੀ 100% ਜਿਹੜੀ ਮੌਰਗੇਜ ਕਰਵਾ ਕੇ ਦਿੰਦੇ ਨੇ। ਇਹ ਵਾਅਦਾ ਕਰਦੇ ਨੇ, ਇਹ ਨਹੀਂ ਇਕੱਲੇ ਬਰੈਂਪਟਨ ਦੇ ਵਿੱਚ, ਵਿੰਡਜ਼ਰ ਤੋਂ ਲੈ ਕੇ ਆਟਵਾ ਤੱਕ ਤੁਸੀਂ ਕਿਤੇ ਵੀ ਕੋਈ ਮੌਰਗੇਜ ਦੀਆਂ ਸੇਵਾਵਾਂ ਲੈਣੀਆਂ ਨੇ ਤਾਂ ਇਹਨਾਂ ਦੇ ਵੱਖੋ ਵੱਖਰੀ ਲੋਕੇਸ਼ਨਾਂ ਦੇ ਖੁੱਲੀਆਂ ਹੋਈਆਂ ਨੇ। ਵਿੰਡਜ਼ਰ ਦੇ ਵਿੱਚ, ਲੰਡਨ ਦੇ ਵਿੱਚ, ਬਰੈਂਪਟਨ, ਮਿਸਿਸਾਗਾ ਤੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੀ। ਇਹ ਤਾਂ ਅਸੀਂ ਲੋਕੇਸ਼ਨਾਂ ਤੇ ਆਪਾਂ ਜਿੱਦਾਂ ਗੱਲਬਾਤ ਕਰਦੇ ਹਾਂ ਜੀ, ਜਿਹੜੀ ਮਾਰਕੀਟ ਹੈਗੀ ਆ, ਇੰਟਰਸਟ ਰੇਟ ਆ ਜਿਹੜੇ ਜੁਲਾਈ 12 ਨੂੰ ਕੀ ਉੱਪਰ ਜਾਣਗੇ ਜਾਂ ਕਿ ਹਜੇ ਖੜੋਤ ਆਊਗੀ? ਜੀ ਭਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮਯੰਕ ਭਟਨਾਗਰ ਤੇ ਜੀਐਨਈ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਸਾਰਿਆਂ ਨੂੰ ਜੀ ਵੈਰੀ ਗੁੱਡ ਆਫਟਰਨੂਨ ਕਹਿਣਾ ਚਾਹੁੰਦਾ। ਦੇਖੋ ਭਾਜੀ, ਆ ਇੱਕ ਇੰਟਰਸਟ ਰੇਟ ਬਹੁਤ ਟੱਚੀ ਟਾਪਿਕ ਹੋ ਜਾਂਦਾ ਜੀ। ਕਿਉਂ ਹੋ ਜਾਂਦਾ ਹੈਗਾ? ਕਿਉਂਕਿ ਅਸੀਂ ਨਹੀਂ ਸੁਣਨਾ ਚਾਹੁੰਦੇ ਨਿਊਜ਼ ਜਿਹੜੀ ਅੱਜ ਕੱਲ੍ਹ ਨਿਊਜ਼ ਆ ਰਹੀ ਆ। ਹਾਂ ਜੀ, ਕਿਉਂਕਿ ਸਭ ਤੋਂ ਵੱਡੀ ਗੱਲ ਆ ਹੈਗੀ ਆ ਕਿ ਇੰਟਰਸਟ ਰੇਟ ਆਰ ਗੋਇੰਗ ਹਾਇਰ ਐਂਡ ਹਾਇਰ ਐਵਰੀ ਟਾਈਮ ਜੀ। ਲੋ ਤਾਂ ਭਾਜੀ ਹਜੇ ਦੇਖਿਆ ਹੀ ਨਹੀਂ ਹੈਗਾ ਆਪਾਂ ਨੂੰ, ਆਲਮੋਸਟ 2 ਇਅਰਸ ਹੋ ਗਏ ਨੇ ਜੀ, ਮੰਨਦਾ ਹੀ ਗੱਲ। ਤੇ ਉਹਦੇ ਹਿਸਾਬ ਨਾਲ ਜੇ ਗੱਲ ਕੀਤੀ ਜਾਵੇ ਤੇ ਦੇਰ ਇਜ਼ ਅ ਵੈਰੀ ਹਾਈ ਚਾਂਸ ਕਿ ਇੰਟਰਸਟ ਰੇਟ ਇੱਕ ਵਾਰ ਉੱਤੇ ਨਹੀਂ ਜਾਏਗਾ ਸਰ ਇਸ ਸਾਲ। ਦੇਰ ਇਜ਼ ਅ ਪੋਸਿਬਿਲਿਟੀ ਕਿ ਇੰਟਰਸਟ ਰੇਟ ਜਿਹੜਾ ਹੈਗਾ ਬਾਈ ਦੀ ਐਂਡ ਆਫ ਦਾ ਈਅਰ 2 ਟਾਈਮਸ ਇੰਟਰਸਟ ਰੇਟ ਹਾਈਕ ਹੋ ਸਕਦੀ ਹੈ। ਹਜੇ ਮਤਲਬ 2 ਵਾਰੀ ਹੋਰ ਉੱਪਰ ਜਾਣਗੇ, ਤੇ ਇੱਕ ਜੁਲਾਈ ਨੂੰ ਤੇ ਫਿਰ ਅਗਸਤ ਔਰ ਜੋ ਵੀ ਹੋ ਸਕਦਾ ਹੈ, ਮੇਬੀ ਪ੍ਰੋਬਬਲੀ ਇਨ ਸਤੰਬਰ ਦੇ ਵਿੱਚ। ਤੇ ਇਟ ਇਜ਼ ਅ ਵੈਰੀ ਹਾਰਡ ਸਿਚੁਏਸ਼ਨ, ਬਟ ਭਾਜੀ ਹਮੇਸ਼ਾ ਕਹਿੰਦੇ ਆ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਆ। ਧਿਆਨ ਨਾਲ ਗੱਲ ਜਿਹੜੀ ਹੈਗੀ ਸਮਝਣ ਦੀ ਲੋੜ ਹੈਗੀ ਆ, ਪ੍ਰੋਫੈਸ਼ਨਲ ਐਡਵਾਈਸ ਲੈਣ ਦੀ ਲੋੜ ਹੈਗੀ ਆ। ਸਭ ਤੋਂ ਵੱਡੀ ਗੱਲ ਹੈ, ਪੈਨਿਕ ਹੋ ਕੇ ਤੁਹਾਨੂੰ ਹੈਲਥ ਇਸ਼ੂਜ਼ ਆਉਣਗੇ ਔਰ ਕੁਛ ਨਹੀਂ ਹੋਏਗਾ ਜੀ। ਮੈਂ ਭਾਜੀ ਐਵਰੀ ਡੇ ਇੰਨੀ ਸਿਚੁਏਸ਼ਨ ਦੇਖਦੇ ਆ ਆਫਿਸ ਦੇ ਵਿੱਚ ਕਿ ਜਿੱਥੇ ਲੋਕੀ ਪੈਨਿਕ ਹੁੰਦੇ ਆ ਕਿ ਵੀ ਹੁਣ ਆਪਾਂ ਪੇਮੈਂਟ ਅਫੋਰਡ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ। ਆਈ ਥਿੰਕ ਇਟਸ ਅ ਗ੍ਰੇਟ ਟਾਈਮ ਫॉर ਯੂ ਟੂ ਰੀਵਿਜ਼ਿਟ ਯੋਰ ਫਾਈਨੈਂਸ਼ੀਅਲਸ, ਟੂ ਰੀਵਿਜ਼ਿਟ ਐਂਡ ਸੀ ਕਿ ਬਈ ਸਾਡੇ ਕਿਹੜੇ ਇੰਪੋਰਟੈਂਟ ਖਰਚੇ ਨੇ ਜਿਹੜੇ that should continue to go on and ਕਿਹੜੇ ਜਿਹੜੇ ਹੈਗੇ ਅਸੀਂ ਘਟਾ ਸਕਦੇ ਜੀ। ਵਾਕਈ ਕੱਟ ਲਾਉਣਾ ਚਾਹੀਦਾ। ਕਿਉਂਕਿ ਸਰ ਦੇਖੋ, ਜਦ ਖਰਚੇ ਹੁੰਦੇ ਆ, ਜੇ ਇਨਕਮ ਹੁੰਦੀ ਆ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਸਰ ਜੀ। ਜੇ ਇਨਕਮ ਦੇ ਵਿੱਚ ਥੋੜਾ ਜਿਹਾ ਵੀ ਘਪਲਾ ਆ ਜਾਂਦਾ ਹੈਗਾ ਤਾਂ ਤੁਸੀਂ ਦੇਖੋਗੇ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਲੈਵਲ ਹੋ ਜਾਂਦਾ ਹਾਈ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਜੀ। ਆਹ ਚੀਜ਼ ਨੂੰ ਬਹੁਤ ਧਿਆਨ ਰੱਖਣਾ ਜ਼ਰੂਰੀ ਆ। ਤੇ ਅਸੀਂ ਜ਼ਰੂਰ ਇੱਕ ਮੈਂ ਜਿਹੜੀ ਪੋਜ਼ਿਟਿਵ ਚੀਜ਼ ਦੇਖੀ ਇਹਦੇ ਵਿੱਚ ਜੀ, ਐਂਡ ਆਪਾਂ BNN ਨਿਊਜ਼ ਦੇ ਵਿੱਚ ਵੀ ਪੜ੍ਹ ਰਹੇ ਹੈਗੇ ਆ, ਆਪਾਂ ਜਿਹੜਾ ਹੈਗਾ ਬਲੂਮਬਰਗ ਵੀ ਜਿਹੜੀ ਨਿਊਜ਼ ਦਿਖਾ ਰਿਹਾ ਹੈਗਾ, ਉਹ ਵੀ ਇਹੀ ਕਹਿ ਰਹੇ ਹੈਗੇ ਆ ਕਿ ਤੁਸੀਂ ਇੰਟਰਸਟ ਰੇਟ ਹਾਈਕ ਜ਼ਰੂਰ ਦੇਖੋਗੇ ਜੀ, ਬਟ ਇਟ ਵਿਲ ਨਾਟ ਬੀ ਸਿਗਨੀਫਿਕੈਂਟ। See, that is a good thing, ਕਿਉਂਕਿ ਜੇ ਤੁਸੀਂ ਲਾਸਟ ਈਅਰ ਕੰਪੈਰੀਜ਼ਨ ਕਰੋ ਜੀ, ਠੀਕ ਹੈ ਜੀ, ਲਾਸਟ ਈਅਰ ਐਵਰੀ ਸਿੰਗਲ ਮੰਥ ਇੰਟਰਸਟ ਰੇਟਸ ਵਰ ਗੋਇੰਗ ਹਾਈ, ਰੈਕਡ ਨੰਬਰ ਤੇ ਗਿਆ ਹੈਗਾ ਜੀ।
ਤੁਸੀਂ ਆ ਲਾ ਲਓ ਫਰਵਰੀ ਤੋਂ ਲੈ ਕੇ ਦਸੰਬਰ ਤੱਕ ਦੇਖ ਲਓ, ਹਰ ਮਹੀਨੇ ਇੰਟਰਸਟ ਰੇਟ ਉੱਪਰ ਗਿਆ ਹੈ। ਜੇ ਇਸ ਸਾਲ ਦੀ ਗੱਲ ਕੀਤੀ ਜਾਵੇ ਜੀ ਤਾਂ ਇਸ ਸਾਲ ਐਵਰੀ ਕੁਆਟਰ ਜਿਹੜਾ ਹੈਗਾ ਇਨਕਰੀਜ਼ ਹੋਇਆ ਹੈਗਾ। ਪਰ ਸੌਰੀ ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਰੋਕਦਾ, ਪਰ ਜਿਹੜੀ ਕੈਨੇਡਾ ਸਰਕਾਰ ਹੈਗੀ, ਬੈਂਕ ਆਫ ਕੈਨੇਡਾ ਹੈਗੀ, ਪਰ ਜਦੋਂ ਹੁਣ ਲਾਸਟ ਟਾਈਮ ਵਧਣ ਤੋਂ ਪਹਿਲਾਂ ਇਹਨਾਂ ਨੇ ਪੌਜ਼ ਕਰਤਾ ਸੀਗਾ, ਕੀ ਉਹ ਉਹਨਾਂ ਦਾ ਸਹੀ ਡਿਸੀਜਨ ਸੀਗਾ ਜਾਂ ਕਿ ਗਲਤ ਡਿਸੀਜਨ ਸੀਗਾ? ਨਹੀਂ ਭਾਜੀ, ਇਹਦੇ ਵਿੱਚ ਮੇਰੇ ਹਿਸਾਬ ਨਾਲ ਜੀ ਮੈਂ ਦੇਖੋ ਆਪਣੀ ਮੈਂ ਆਪਣੀ ਓਪੀਨੀਅਨ ਦੇ ਸਕਦਾ ਹਾਂ ਜੀ। ਜਦ ਗਵਰਨਮੈਂਟ ਆਫ ਐਂਡ ਆਈ ਐਮ ਨਾਟ ਟੇਕਿੰਗ ਐਨੀ ਪਾਰਸ਼ੈਲਿਟੀ ਫॉर ਐਨੀਬਾਡੀ, ਠੀਕ ਹੈ, ਤੁਹਾਨੂੰ ਪਤਾ ਹੀ ਆ ਜੀ, ਬਟ ਇੰਟਰਸਟ ਰੇਟਸ ਹਾਈ ਕਿਉਂ ਹੁੰਦੇ ਆ? ਇੰਟਰਸਟ ਰੇਟਸ ਹਾਈ ਇਸ ਲਈ ਹੋਏ ਆ ਕਿਉਂਕਿ ਜਿਹੜੇ ਅੰਡਰਸਟੈਂਡਿੰਗ ਗਵਰਨਮੈਂਟ ਦੀ ਸੀਗੀ, ਜਿਹੜੀ ਬੈਂਕ ਆਫ ਕੈਨੇਡਾ ਦੀ ਸੀਗੀ, ਕਿ ਬਈ ਜੇ ਆਪਾਂ ਇੰਟਰਸਟ ਰੇਟ ਹੁਣ ਆਪਾਂ ਹੋਲਡ ਕਰਦੇ ਆ, ਵੀ ਵਾਂਟ ਟੂ ਟੈਸਟ ਦ ਵਾਟਰਸ ਟੂ ਸੀ ਕਿ ਕਿੰਨਾ ਲੋਕੀ ਹੁਣ ਖਰੀਦਦੇ ਆ। ਨਾਓ ਗੱਲ ਕੀਤੀ ਜਾਵੇ ਤਾਂ ਫॉर GTHA ਏਰੀਆ, ਗ੍ਰੇਟਰ ਟੋਰਾਂਟੋ ਹੈਮਿਲਟਨ ਏਰੀਆ, ਉਹਦੇ ਵਿੱਚ ਭਾਜੀ ਹਜੇ ਵੀ they are seeing a strongest buying power, which is a problem. ਜੀ ਕਿਉਂ ਪ੍ਰੋਬਲਮ ਹੈਗੀ ਆ? ਕਿਉਂਕਿ ਜੇ ਤੁਸੀਂ ਇੰਨੇ ਹਾਈ ਇੰਟਰਸਟ ਰੇਟ ਤੇ ਵੀ ਤੁਸੀਂ ਜਿਹੜੀ ਪ੍ਰਾਪਰਟੀਆਂ ਹੈਗੀਆਂ ਆਰ ਗੋਇੰਗ ਐਟ ਅ ਅਲਾਰਮਿੰਗ ਲੈਵਲ, ਠੀਕ ਆ, they need to raise interest rates so that they can get inflation under control. Varna inflation dobara will go at that 8 or 9% level, and another target हैगा, देखो सर, another target हैगा that by next year जी we will bring the inflation at that 2% mark. पर वो 2% कदों तक आए? Like how is that gonna come जे हजे तक वो strictness नहीं करेंगे? Because ਜਿਹੜਾ ਅਫੈਕਟ ਪੈਂਦਾ ਹੈਗਾ ਇਨਫਲੇਸ਼ਨ ਦਾ, that will take at least 18 months. ਜੀ ਤੇ ਉਹ ਚੀਜ਼ ਨੂੰ ਜੇ ਧਿਆਨ ਰੱਖੀਏ, ਦੇਖੋ ਇੰਟਰਸਟ ਰੇਟ ਇਜ਼ ਆਲਸੋ ਕੋਲੈਬੋਰੇਟਿਵਲੀ ਜੇ ਦੇਖਿਆ ਜਾਵੇ ਤਾਂ ਇਨਕਰੀਜ਼ਡ ਹੋ ਹੀ ਜਾ ਰਿਹਾ ਹੈਗਾ, ਬਟ ਜਿਹੜਾ ਇਨਫਲੇਸ਼ਨ ਹੈਗਾ 3.2% ਥੱਲੇ ਵੀ ਗਿਆ ਹੈਗਾ। ਸੋ ਦੈਟ ਇਜ਼ ਅ ਗੁੱਡ ਸਾਈਨ। ਤਾਂ ਹੀ ਬੈਂਕ ਆਫ ਕੈਨੇਡਾ ਨੇ ਐਵਰੀ ਸਿੰਗਲ ਮੰਥ ਜਿਹੜਾ ਹੈਗਾ ਰੇਟ ਇਨਕਰੀਜ਼ ਨਹੀਂ ਕੀਤਾ ਐਟ 0.5% ਔਰ 0.75% ਜਿਹੜਾ ਉਹਨਾਂ ਨੇ ਲਾਸਟ ਈਅਰ ਕੀਤਾ ਸੀ। ਜੀ ਇਸ ਸਾਲ ਉਹਨਾਂ ਨੇ ਕੇਵਲ 0.25% ਕੀਤਾ ਹੈਗਾ, ਬਿਕਾਜ਼ ਦੇ ਆਰ ਵਾਚਿੰਗ ਦ ਮਾਰਕੀਟ ਵੈਰੀ ਕੇਅਰਫੁਲੀ ਟੂ ਸੀ ਕਿ ਬਈ ਜੇ ਫਿਊਚਰ ਦੇ ਵਿੱਚ ਬਾਇੰਗ ਪਾਵਰ ਥੋੜੀ ਘੱਟ ਹੋ ਜਾਂਦੀ ਆ, ਦੇ ਵਿਲ ਪੌਜ਼ ਦੀ ਇੰਟਰਸਟ ਰੇਟ ਹਾਈਕ। ਜਦੋਂ ਤੱਕ ਬਾਇੰਗ ਪਾਵਰ ਕੰਟਰੋਲ ਨਹੀਂ ਹੁੰਦੀ ਭਾਜੀ, ਇੰਟਰਸਟ ਰੇਟਸ ਵਿਲ ਕੀਪ ਗੋਇੰਗ ਅਪ ਐਂਡ ਦੇ ਵਿਲ ਗੋ ਅਪ in the direction ਜਦੋਂ ਤੱਕ ਲੋਕਾਂ ਕੋ ਜਿਹੜਾ ਹੈਗਾ, ਜਦੋਂ ਤੱਕ ਲੋਕੀ ਥੋੜਾ ਜਿਹਾ ਵੇਟ ਨਹੀਂ ਕਰਨਗੇ ਪਰਚੇਸ ਕਰਨ ਵਾਸਤੇ ਕੋਈ ਵੀ ਪ੍ਰਾਪਰਟੀ। ਐਂਡ GTHA ਏਰੀਆ is the area where they are taking all the action on. ਜੀ ਵਾਕਈ ਤੁਸੀਂ ਬੜੇ ਐਕਸਪਲੇਨ ਦੱਸਿਆ ਹੈਗਾ, ਬਟ ਉਹਦੇ ਨਾਲ ਜਿਹੜੇ ਲੋਕਾਂ ਦੀ ਜਿਨ੍ਹਾਂ ਨੇ ਹੁਣ 18% ਜਾਂ 20% ਇੰਟਰਸਟ ਦੇਖਿਆ, ਉਹਨਾਂ ਵਾਸਤੇ 6% ਕੁਝ ਵੀ ਨਹੀਂ ਹੈਗਾ। ਬਟ ਚਲੋ ਉਸ ਟਾਈਮ ਜਿਹੜੀਆਂ ਪ੍ਰਾਪਰਟੀ ਦਾ ਜਿਹੜਾ ਰੇਟ ਵੀ ਬਹੁਤ ਥੋੜਾ ਹੁੰਦਾ ਸੀਗਾ, ਪਰ ਕੰਪੇਅਰ ਟੂ ਉਦੋਂ ਮਿਲਦੇ ਵੀ 5.5 7.5 ਡਾਲਰ ਹੁੰਦੇ ਸੀ, $6 ਮਿਲਦੇ ਸੀਗੇ ਆਵਰਲੀ, ਤੇ ਹੁਣ ਡਾਲਰ ਵੀ ਕਿਹੜਾ $20-25 ਤੋਂ ਕੋਈ ਘੱਟ ਆਪਣੇ ਜਿਹੜਾ ਕੰਮ ਜੌਬ ਨਹੀਂ ਮਿਲਦੀ ਹੈਗੀ। ਤੇ ਜੀ ਗੱਲ ਕਰਦੇ ਆਪਾਂ ਭਾਜੀ, ਸੌਰੀ ਬਿਲਕੁਲ ਤੁਹਾਡੀ ਗੱਲ ਠੀਕ ਆ, ਕਿਉਂਕਿ ਦੇਖੋ ਇਨਫਲੇਸ਼ਨ ਐਂਡ ਇਨਕਮ, ਜਦ ਇਨਕਮ ਤੁਹਾਡੀ ਇਨਕਰੀਜ਼ ਹੋ ਰਹੀ ਹੈ ਤਾਂ ਹੀ ਤੁਹਾਡੀ ਬਾਇੰਗ ਪਾਵਰ, ਇਨਫਲੇਸ਼ਨ ਵਧੀ ਹੋਈ ਆ ਹੁਣ ਜੀ, ਠੀਕ ਹੈ ਨਾ ਜੀ। ਜੇ ਤੁਹਾਡੀ ਇਨਕਮ ਹੀ ਨਹੀਂ ਹੋ ਰਹੀ ਜੀ ਤਾਂ ਤੁਸੀਂ ਬਾਇੰਗ ਕਿੱਦਾਂ ਕਰੋਗੇ? ਜੀ ਮੈਂਕ ਸਾਹਿਬ, ਮੈਂ ਤੁਹਾਨੂੰ ਦੱਸਾਂ ਜੀ, $3.5 ਦੇ ਉੱਤੇ ਮੈਂ ਜਦੋਂ ਕੈਨੇਡਾ ਦੇ ਵਿੱਚ ਫਸਟ ਟਾਈਮ ਇੱਥੇ ਆਇਆ ਹੈਗਾ, ਉਸ ਸਮੇਂ $3.5 ਦੇ ਉੱਤੇ ਪਰ ਆਵਰ ਦੇ ਕੰਮ ਕੀਤਾ ਹੈਗਾ। ਤੇ ਪਰ ਉਸ ਸਮੇਂ ਦਾ ਜਿਹੜਾ ਸੀਗਾ ਉਸ ਨੂੰ ਆਪਾਂ ਹੁਣ ਕੰਪੇਅਰ ਨਹੀਂ ਕਰ ਸਕਦੇ ਹੈਗੇ। ਪਰ ਮਤਲਬ ਜਿਹੜੀ ਹੈਗੀ ਇਨਫਲੇਸ਼ਨ ਰਾਈਟ ਨੂੰ ਕਾਫੀ ਜ਼ਿਆਦਾ ਵਧੀ ਹੋਈ ਆ, ਪਰ ਇੰਟਰਸਟ ਰੇਟ ਇਹਨਾਂ ਨੇ ਹੋਰ ਕੀਤਾ ਹੈਗਾ, ਇਹਨਾਂ ਨੂੰ ਹੈਗਾ ਕੰਟਰੋਲ ਕਰਨੀ ਆ ਵੀ ਸ਼ਾਇਦ ਜੇ ਇਨਫਲੇਸ਼ਨ ਜਿਹੜੀ ਹੈਗੀ ਆ ਕੰਟਰੋਲ ਦੇ ਵਿੱਚ ਆਵੇ। ਪਰ ਕੀ ਤੁਹਾਨੂੰ ਲੱਗਦਾ ਇੰਟਰਸਟ ਰੇਟ ਇਜ਼ ਨਾਟ ਦੀ ਓਨਲੀ ਵੇ ਕਿ ਤੁਸੀਂ ਆਪਣੀ ਇਨਫਲੇਸ਼ਨ ਕੰਟਰੋਲ ਤੇ ਲਾ ਸਕਦੇ ਹੋ? ਜੀ ਆ ਵੀ ਗੱਲ ਹੈਗੀ ਆ ਜੀ, ਠੀਕ ਆ। ਇਨਫਲੇਸ਼ਨ ਨੂੰ ਇੰਟਰਸਟ ਰੇਟ ਵਧਾ ਕੇ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਇੱਕ ਤਰੀਕਾ ਜੀ। ਜੇ ਦੂਜਾ ਤਰੀਕਾ ਹੋਏਗਾ ਜੀ, ਤੁਹਾਨੂੰ ਇਹ ਵੀ ਕਰਨਾ ਹੋਏਗਾ ਕਿ ਬਾਇੰਗ ਜਿਹੜੀ ਹੈਗੀ ਤੁਹਾਡੀ ਪ੍ਰਾਪਰਟੀਜ਼ ਦੀ
ਜੀ ਉਹ ਵੀ ਤੁਹਾਨੂੰ ਪ੍ਰੋਪਰਲੀ ਮੈਨੇਜ ਕਰਨੀ ਹੋਏਗੀ, ਵਰਨਾ ਤੁਹਾਡੀ ਇਨਵੈਂਟਰੀ ਵਿਲ ਗੋ ਹਾਇਰ। ਤੁਸੀਂ ਰੀਅਲਟਰ ਆਪ ਹੀ ਹੈਗੇ, ਤੁਸੀਂ ਦੇਖੋ ਕਿੰਨੀ ਹੁਣ ਪ੍ਰਾਪਰਟੀਆਂ ਮਾਰਕੀਟ 'ਚ ਆ ਰਹੀਆਂ ਨੇ ਜੀ। ਅੱਜ ਤੋਂ 3 ਮਹੀਨੇ ਪਹਿਲਾਂ ਜਿਹੜੀਆਂ ਭਟਨਾਗਰ ਸਾਹਿਬ ਕੋਲ 350 450 ਪ੍ਰਾਪਰਟੀ ਜਿਹੜੀ ਸੀਗੀ, ਰਾਈਟ ਨੋ 1250 ਪ੍ਰਾਪਰਟੀ ਜਿਹੜੀ ਬਰੈਂਪਟਨ ਦੇ ਵਿੱਚ ਆਈ ਹੋਈ ਹੈਗੀ ਆ। ਮਤਲਬ ਇੰਨੀ ਜ਼ਿਆਦਾ ਕਿਹੜੀਆਂ ਮਲਟੀਪਲ ਆਫਰਾਂ ਸੀ ਉਹਨਾਂ ਦੇ ਵਿੱਚ ਵੀ ਖੜੋਤ ਆਈ ਹੈਗੀ ਆ, ਜਿਹੜੀਆਂ ਲੋਕੀ ਮਿਲੀਅਨ ਦਾ ਲਗਾ ਕੇ 1.7 1.8 ਤੱਕ ਭਾਅ ਲੱਭਦੇ ਸੀਗੇ, ਪਰ ਉਹ ਜਿਹੜੀ ਉਨੀ ਸੋਲਿਡ ਮਾਰਕੀਟ ਰਾਈਟ ਨੂੰ ਨਹੀਂ ਹੈਗੀ। ਐਜ਼ ਏ ਰੀਅਲ ਸਟੇਟ ਦੇ ਵਿੱਚ ਹੋਣ ਦੇ ਨਾਤੇ ਮੈਂ ਦੇਖਦਾ ਹੈਗਾ ਰੋਜ਼ ਆਫਰਾਂ, ਚਲੋ ਕਰੀਦਾ ਵਰਕਆਊਟ ਇਹਦੇ ਉੱਤੇ, ਪਰ ਉਨੀ ਜਿਹੜੀ ਪ੍ਰਾਪਰਟੀ ਆ ਸੋਲਡ ਨਹੀਂ ਹੋ ਰਹੀਆਂ ਹੈਗੀਆਂ। ਬਹੁਤ ਜ਼ਿਆਦਾ ਜਿਹੜੀਆਂ ਨੇ ਟਰਮੀਨੇਟ ਹੋ ਰਹੀਆਂ ਨੇ ਪ੍ਰਾਪਰਟੀਆਂ ਰੋਜ਼ ਦੀਆਂ, ਜਿਨ੍ਹਾਂ ਨੂੰ 90 ਡੇ ਹੋ ਗਏ ਨੇ ਲੱਗੀਆਂ ਨੂੰ, ਉਹ ਟਰਮੀਨੇਟ ਹੋ ਜਾਂਦੇ ਨੇ। ਨਹੀਂ ਉਹਦੀ ਪ੍ਰਾਈਸ ਰਿਡਿਊਸ ਕਰਕੇ ਲਾਉਂਦੇ ਸੀ ਜਾਂ ਪ੍ਰਾਈਸ ਚੇਂਜ ਕਰਦੇ ਸੀਗੇ, ਬਟ ਟਰਮੀਨੇਟ ਵੀ ਹੋ ਰਹੀਆਂ ਨੇ, ਤੇ ਮੌਰਗੇਜ ਦੇ ਵਿੱਚ ਬੜੀ ਵੱਡੀ ਦਿੱਕਤ ਆ ਰਹੀ ਹੈਗੀ ਆ। ਬਟ ਇਹਦਾ ਇੰਪੈਕਟ ਤੁਹਾਨੂੰ ਅਪਰੇਜ਼ਲ ਦੇ ਵਿੱਚ ਵੀ ਪਾਏਗਾ, ਨਾਲ ਦੇ ਨਾਲ ਇਹਦਾ ਇੰਪੈਕਟ ਤੁਹਾਨੂੰ ਉਹਦੇ ਤੇ ਵੀ ਪੈ ਰਿਹਾ ਹੈਗਾ, ਪ੍ਰੀ ਕੰਸਟਰਕਸ਼ਨ ਦੇ ਵਿੱਚ ਵੀ। ਜੀ ਦੇਖੋ ਪ੍ਰੀ ਕੰਸਟਰਕਸ਼ਨ ਵੀ ਅੱਜ ਕੱਲ ਰਾਈਟ ਅਵੇ ਪਹਿਲੇ ਇੰਨੇ ਇਨਸੈਂਟਿਵਸ ਕੋਈ ਵੀ ਬਿਲਡਰ ਤੁਹਾਨੂੰ ਨਹੀਂ ਦਿੰਦਾ ਸੀ। ਜੀ ਅੱਜ ਦੇਖੋ ਕਿੰਨੇ ਇਨਸੈਂਟਿਵ ਬਿਲਡਰ ਦੇ ਰਿਹਾ ਹੈਗਾ। ਆਪਾਂ ਸੁਣ ਰਹੇ ਹੈਗੇ ਕਿ ਆਈਪੈਡ, ਆਈਫੋਨ, ਮਤਲਬ ਸਾਰੇ ਗੈਜਟਸ ਮਿਲ ਰਹੇ ਨੇ। ਜੀ ਮੈਂ ਜੀ ਆਪਣਾ ਕਲਾਇੰਟ ਆ ਕੋਈ, ਉਹਨਾਂ ਨੇ ਆਪਾਂ ਪ੍ਰਾਪਰਟੀ ਦਵਾਈ ਸੀਗੀ, ਮਤਲਬ ਉਹਨਾਂ ਨੇ ਲਈ ਸੀ ਪ੍ਰਾਪਰਟੀ ਨਾਗਰਾ ਫਾਲ ਦੇ ਵਿੱਚ 7 ਲੱਖ ਦੀ, ਤੇ $70,000 ਉਹਨਾਂ ਨੇ ਜਿਹੜਾ ਹੈਗਾ ਰਿਵੇਟ ਦਿੱਤਾ ਹੈਗਾ। ਕਹਿੰਦੇ 10% ਤੁਹਾਨੂੰ ਅਸੀਂ ਡਿਸਕਾਊਂਟ ਦਿੰਦੇ ਹੈਗੇ ਆ ਜੀ, ਰਿਵੇਟ ਕਰਤਾ। 630 ਦੀ ਪ੍ਰਾਪਰਟੀ ਜਿਹੜੀ ਉਹ ਹੋ ਗਈ ਹੈਗੀ ਹੈ। ਇਸ ਕਰਕੇ ਕਿਉਂਕਿ ਲੋਕੀ ਪ੍ਰਾਪਰਟੀ ਜਿਹੜੇ ਹੈਗੇ ਨੇ ਕਲੋਜ਼ਿੰਗ ਨਹੀਂ ਕਰਾ ਰਹੇ, ਉਹਦੀ ਅਪਰੇਜ਼ਲ ਉਸਦੀ ਘੱਟ ਆ ਰਹੀ ਹੈਗੀ। ਇਸ ਕਰਕੇ ਜਿਹੜੇ ਬਿਲਡਰ ਨੇ ਉਹ ਵੀ ਕਾਫੀ ਸੌਫਟ ਹੋਏ ਨੇ, ਉਹਨਾਂ ਨੂੰ ਪਤਾ ਹੈਗਾ ਵੀ ਅਗਰ ਜੇ ਅਸੀਂ ਉਹੀ ਪ੍ਰਾਈਸ ਰੱਖੀ ਹੈਗੀ ਆ ਤੇ ਜਿਹੜੀਆਂ ਸਾਡੀਆਂ ਪ੍ਰਾਪਰਟੀ ਜਿਹੜੀਆਂ ਨਹੀਂ ਨਿਕਲਣਗੀਆਂ। ਹੁਣ ਗੱਲ ਕਰਦੇ ਹੈਗੇ ਜੀ, ਇਹ ਤਾਂ ਹੋ ਗਿਆ ਸੀਗਾ ਆਪਣੇ ਇੰਟਰਸਟ ਰੇਟ ਦੇ ਉੱਤੇ। ਹੁਣ ਜਿਹੜੀ ਹੈਗੀ ਸਸਤੀ ਪ੍ਰਾਪਰਟੀ ਜੇ ਲੱਗੀ ਹੋਵੇ ਲੋਕੀ ਕੀ ਫਲਿੱਪ ਕਰਨ ਵਾਸਤੇ, ਜਿੱਦਾਂ ਉਹਦੇ ਕਿੱਦਾਂ ਵਰਕਆਊਟ ਕੀਤਾ ਜਾਂਦਾ, ਉਹਦੇ ਬਾਰੇ ਜ਼ਰੂਰ ਦੱਸੋ ਜੀ। ਦੇਖੋ ਸਰ, ਬਹੁਤ ਵਧੀਆ ਆਪਾਂ ਚੀਜ਼ ਵੀ ਲੈ ਕੇ ਆਏ ਹੈਗੇ ਜੀ। ਇੱਕ ਸਮਝ ਲਓ ਗਿਫਟ ਹੋ ਗਿਆ ਆਪਣੇ ਭੈਣ ਭਰਾਵਾਂ ਵਾਸਤੇ। ਕਿਉਂ? ਕਿਉਂਕਿ ਆਪਣੀ ਕਮਿਊਨਿਟੀ ਭਾਜੀ ਬਹੁਤ ਜ਼ਿਆਦਾ ਚੇਂਜ ਹੋ ਰਹੀ ਹੈ ਜੀ, ਬਹੁਤ ਜ਼ਿਆਦਾ ਉਹਨਾਂ ਦੀ ਡਿਮਾਂਡਸ ਚੇਂਜ ਹੋ ਰਹੀਆਂ ਨੇ ਜੀ। ਇਟ ਇਜ਼ ਨਾਟ ਦ ਸਿੰਪਲ ਜਿਹੜੇ ਵੀ ਅੱਜ ਆਪਾਂ ਪ੍ਰਾਪਰਟੀ ਲੈਣੀ ਰਹਿਣ ਵਾਸਤੇ। ਅੱਜ ਕੱਲ ਆ ਰਿਹਾ ਹੈਗਾ ਜੀ ਪ੍ਰਾਪਰਟੀ ਲੈਣੀ ਹੈਗੀ ਹੈ ਫਲਿਪ ਵਾਸਤੇ, ਕੁਇਕ ਮਨੀ ਬਣਾਉਣਾ ਚਾਹੁੰਦੇ ਆ, ਠੀਕ ਆ, ਵਿਦਆਊਟ ਡੂਇੰਗ ਐਨੀਥਿੰਗ ਰੋਂਗ। ਤੇ ਫਲਿਪਿੰਗ ਵਾਸਤੇ ਜੇ ਅੱਜ ਤੋਂ 5 ਸਾਲ ਪਹਿਲਾਂ ਗੱਲ ਕੀਤੀ ਜਾਵੇ, ਉਸ ਵੱਲ ਯੂ ਹੈਡ ਟੂ ਪਰਚੇਜ਼ ਦਾ ਪ੍ਰਾਪਰਟੀ ਆਊਟ ਆਫ ਯੂਰ ਓਨ ਪਾਕਟ। ਜੀ, ਬੇਸਿਕਲੀ ਕੈਸ਼ ਪਰਚੇਜ਼ ਤੁਹਾਨੂੰ ਕਰਨੀ ਪੈਂਦੀ ਸੀ ਜੇ ਤੁਸੀਂ ਫਲਿਪ ਕਰਨਾ ਹੈ। ਜੀ। ਹੁਣ ਕੀ ਹੋ ਗਿਆ ਹੈਗਾ, ਹੁਣ ਤੁਸੀਂ ਉਹ ਪ੍ਰਾਪਰਟੀ ਨੂੰ ਫਾਈਨੈਂਸ ਕਰਾ ਸਕਦੇ ਹੋ। ਜੀ, ਫਲਿਪ ਪ੍ਰਾਪਰਟੀ ਜਿਹੜੀ ਫਲਿਪ ਪ੍ਰਾਪਰਟੀ ਹੈਗੀ ਉਹਨੂੰ ਆਪਾਂ ਹੁਣ ਫਾਈਨੈਂਸ ਕਰਾ ਸਕਦੇ ਹਾਂ। ਐਂਡ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਸਰੋਤਿਆਂ ਲਈ ਬਹੁਤ ਹੀ ਸਪੈਸ਼ਲ ਜੁਲਾਈ ਡੀਲ ਲੈ ਕੇ ਆਏ ਹੈਗੇ ਆ, ਜਿਹੜੀ ਹਜੇ ਤੱਕ ਤੁਸੀਂ ਮਾਰਕੀਟ ਦੇ ਵਿੱਚ ਤਾਂ ਕਦੇ ਸੁਣੀ ਨਹੀਂ ਹੋਏਗੀ। ਜੀ ਦੇਖੋ ਭਾਜੀ, ontario ਦੇ ਵਿੱਚ ਤੁਸੀਂ 8 ਲੱਖ ਦੀ ਪ੍ਰਾਪਰਟੀ ਕੋਈ ਵੀ ਲੈ ਲਓ, ਅਸੀਂ ਤੁਹਾਨੂੰ ਐਜ਼ ਲੋ ਐਜ਼ $20,000 ਡਾਊਨ ਤੇ ਪੂਰੀ ਫਾਈਨੈਂਸਿੰਗ ਕਰਕੇ ਦੇ ਰਹੇ ਹਾਂ। 8 ਲੱਖ ਦੀ $0 ਤੋਂ ਲੈ ਕੇ 8 ਲੱਖ ਤੱਕ ਦੀ ਕੋਈ ਵੀ ਪ੍ਰਾਪਰਟੀ ontario ਦੇ ਵਿੱਚ ਲੈ ਲਓ, ਅਸੀਂ ਤੁਹਾਨੂੰ $20,000 ਡਾਊਨ ਪਵਾ ਕੇ ਤੁਹਾਡੀ ਪੂਰੀ ਮੌਰਗੇਜ ਹੋ ਜਾਂਦੀ ਹੈ। ਸੋ ਐਗਜ਼ਾਮਪਲ ਦਿੰਨਾ, ਤੁਸੀਂ 8 ਲੱਖ ਦੀ ਕੋਈ ਪ੍ਰਾਪਰਟੀ ਪਰਚੇਸ ਕਰਦੇ ਹੋ ਜੀ, ਤੁਹਾਨੂੰ $20,000 ਡਾਊਨ ਕਰਾਤਾ ਜੀ, ਵਿਚ ਮੀਨਸ ਤੁਹਾਨੂੰ 780 ਦੀ ਫਾਈਨੈਂਸਿੰਗ ਕਰਕੇ ਦਿੱਤੀ ਹੈ। ਪਰ ਇਟ ਇਜ਼ ਸਮਥਿੰਗ that is unheard of। ਕਿਉਂ? ਕਿਉਂਕਿ ਕੋਈ ਵੀ ਪ੍ਰਾਪਰਟੀ ਅੱਜ ਕੱਲ੍ਹ ਆ ਰਹੀ ਆ ਮਿਨੀਮਮ 20% ਤਾਂ ਡਾਊਨ ਹੁੰਦਾ ਹੀ ਹੈਗਾ, ਭਾਵੇਂ ਫਸਟ ਟਾਈਮ ਹੋਮ ਬਾਇਰ ਹੋਵੇ ਉਹਨੂੰ ਵੀ 5% ਤਾਂ ਡਾਊਨ ਹੈਗਾ ਹੀ। ਆ ਤਾਂ ਭਾਜੀ ਉਹ ਤੋਂ ਵੀ ਘੱਟ, ਇਹ ਤਾਂ ਜੀ ਮਤਲਬ 2.5% ਤੱਕ ਹੀ ਰਹਿ ਗਿਆ ਫਿਰ। ਜੀ, ਮਤਲਬ ਆਪ ਸਮਝੋ 0.01%। ਜੀ, ਮਤਲਬ ਜਿਹੜੀ ਡਾਊਨ ਪੇਮੈਂਟ ਦੇਣੀ ਹੈ ਤੁਸੀਂ 20,000 ਕਹਿ ਰਹੇ ਹੋ, ਜੇ ਆਪਾਂ 5% ਵੀ ਦਿੰਨੇ ਹੈਗਾ ਤਾਂ 4 ਲੱਖ ਦੀ ਹੋਈ ਤੇ 2.5% ਦੇ ਹਿਸਾਬ ਦੇ ਨਾਲ ਹੀ ਫਿਰ ਤਾਂ ਮਤਲਬ ਜਿਹੜੀ ਹੈਗੀ ਪ੍ਰਾਪਰਟੀ ਤੁਸੀਂ ਜਿਹੜੀ ਮਤਲਬ $20,000 ਦੇ ਕੇ ਤੇ $20,000 ਦੇ ਕੇ ਭਾਜੀ ਅੱਜ ਕੱਲ੍ਹ $20,000 ਦਾ ਹਰ ਬੰਦੇ ਕੋਲੇ ਹੁੰਦਾ ਹੈ ਜੀ। $20,000 ਇਜ਼ ਨਾਟ ਅ ਬਿਗ। ਬਾਕੀ ਜੀ ਸਾਡੇ ਟਰੂਡੋ ਸਾਹਿਬ ਨੇ $60,000 ਦਿੱਤੇ ਹੋਏ ਨੇ, ਲੋਕਾਂ ਨੇ ਬੜੀਆਂ ਪ੍ਰਾਪਰਟੀ ਉਹਨਾਂ ਦੀਆਂ ਵੀ ਲਈਆਂ ਹੈਗੀਆਂ ਨੇ, ਤੇ ਜਿਹੜੇ ਪੈਸੇ ਨੇ ਤੁਸੀਂ ਲੈ ਸਕਦੇ ਹੋ। $20,000 ਤਾਂ ਜੀ ਈਜ਼ੀ ਲੈ, ਬਹੁਤ ਲੋਕਾਂ ਨੇ ਫਲਿਪ ਕੀਤੀਆਂ ਨੇ ਉਹ ਲੈ ਕੇ। ਉਹ ਚੀਜ਼ ਦਾ ਭਾਜੀ ਐਡਵਾਂਟੇਜ ਵੀ ਹੈਗਾ ਜੀ ਕਿ ਭਾਜੀ ਦੇਖੋ ਔਨ ਅ ਸੀਰੀਅਸ ਨੋਟ ਗੱਲ ਕਰਦੇ ਆ, ਕਿਉਂਕਿ ਦੇਖੋ $20,000 ਡਾਊਨ ਪਾ ਕੇ ਤੁਸੀਂ 6 ਮਹੀਨੇ ਦੀ ਕੋਈ ਵੀ ਮੌਰਗੇਜ ਕਰਾ ਲੈਂਦੇ ਹੋ। ਇਟਸ ਐਨ ਓਪਨ ਲੋਨ ਫॉर ਅ ਪੀਰੀਅਡ ਆਫ 6 months।
ਜੀ ਠੀਕ ਆ। ਜੇ ਤੁਸੀਂ ਐਕਸਟੈਂਡ ਕਰਨਾ ਚਾਹ ਰਹੇ ਹੋ ਉਹ ਐਕਸਟੈਂਡ ਵੀ ਹੋ ਸਕਦੀ ਹੈ। ਲੈਟਸ ਸੇ ਤੁਹਾਡੀ ਪ੍ਰਾਪਰਟੀ ਤਿਆਰ ਨਹੀਂ ਹੋ ਪਾਈ ਜੀ, ਲੈਟਸ ਸੇ ਤੁਹਾਡੀ ਪ੍ਰਾਪਰਟੀ ਜਿਹੜੀ ਹੈਗੀ ਆ ਤੁਸੀਂ ਵੇਚਣ ਨੂੰ ਲਾਈ ਹੋਈ ਹੈ, ਵਿਕੀ ਨਹੀਂ, ਤੇ ਤੁਸੀਂ ਐਕਸਟੈਂਡ ਕਰਨਾ ਚਾਹ ਰਹੇ ਹੋ, ਤੁਸੀਂ ਐਕਸਟੈਂਡ ਵੀ ਕਰ ਸਕਦੇ ਹੋ। ਐਕਸਟੈਂਡ ਕਰ ਦਿਓ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਤੁਹਾਨੂੰ ਤਾਂ ਵੀ ਕੋਈ ਕਾਸਟ ਨਹੀਂ ਪਏਗੀ, ਬਿਕਾਜ਼ देयर इज नो ਕਾਸਟ ਟੂ ਰੀਨਿਊ योर ਕੰਟਰੈਕਟ। ਠੀਕ ਹੈ ਜੀ। ਸਾਰਾ ਦਾ ਸਾਰਾ ਕੰਮ ਪ੍ਰੋਪਰ ਬੈਂਕ ਤੋਂ ਕਰਾ ਕੇ ਦੇ ਰਹੇ ਹਾਂ। ਵਿਦਿਨ 10 to 12 ਡੇਜ਼ ਦੇ ਵਿੱਚ ਪੂਰੀ ਫਾਈਨੈਂਸਿੰਗ ਹੋ ਜਾਂਦੀ ਹੈ, ਕੁਇਕ ਫੰਡਿੰਗ ਕਰਾ ਕੇ ਦੇ ਰਹੇ ਹਾਂ, ਬਿਕਾਜ਼ ਦ ਪਰਪਸ ਇਜ਼ you purchase the property, you renovate the property, you sell the property and you make profits out of that ਜੀ। and highly recommend ਕਰਦੇ ਹਾਂ ਕਿ ਕੋਈ ਵੀ ਪ੍ਰਾਪਰਟੀ ਲੈਣ ਤੋਂ ਪਹਿਲਾਂ ਆਪਣੀ ਪ੍ਰੀ ਅਪਰੂਵਲ ਜ਼ਰੂਰ ਕਰਾਓ, ਕਿਉਂਕਿ ਭਾਈ ਦੇਖੋ ਕੋਈ ਵੀ ਤੁਸੀਂ ਪ੍ਰਾਪਰਟੀ ਲੈਣੇ ਹੋ, ਠੀਕ ਹੈ, ਜੇ ਪ੍ਰੀ ਅਪਰੂਵਲ ਦੇ ਬਿਨਾਂ ਲੈਣੇ ਹੋ ਇਟਸ ਵੈਰੀ ਡੇਂਜਰਸ ਇਨ ਦਾ ਮਾਰਕੀਟ, ਤੇ ਉਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਇੰਟਰਸਟ ਰੇਟ ਦੀ ਗੱਲ ਕੀਤੀ ਜਾਵੇ, ਇੰਟਰਸਟ ਰੇਟ ਸਾਡਾ ਭਾਜੀ ਐਕਸਕਲੂਸਿਵ ਲੈ ਕੇ ਆਏ ਹੈਗੇ ਆ, ਐਜ਼ ਅ ਜੁਲਾਈ ਸਪੈਸ਼ਲ ਆਇਆ ਹੋਇਆ 1.45% ਪਰ ਮੰਥ ਹੈ ਭਾਜੀ। 1.45% ਪਰ ਮੰਥ ਹੈ ਭਾਜੀ। 1.5% ਤੋਂ ਵੀ ਘੱਟ ਦੇ ਰੇਟ ਤੇ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਫਾਈਨੈਂਸਿੰਗ ਕਰਾ ਕੇ ਦੇ ਰਹੇ ਹਾਂ ਐਟ ਦਾ ਟਾਈਮ ਜਦ ਮਾਰਕੀਟ ਰੇਟਸ ਐਂਡ ਦ ਇੰਟਰਸਟ ਰੇਟਸ ਆਰ ਐਟ ਹਾਇਰ ਸਟਾਫ। ਠੀਕ ਹੈ ਜੀ। ਜੇ ਕਿਸੇ ਕੋ ਅਪਰੇਜ਼ਲ ਦੀ ਸ਼ਾਰਟਫਾਲ ਪੈ ਰਹੀ ਆ, ਅਸੀਂ ਅਪਰੇਜ਼ਲ ਦੀ ਵੀ ਜਿਹੜੀ ਹੈਗੀ ਆ ਵੇਵ ਆਫ ਕਰ ਦਿੱਤੀ ਹੈ ਕੰਡੀਸ਼ਨ। ਜੇ ਅਪਰੇਜ਼ਲ ਨਹੀਂ ਕਰਾਉਣੀ ਹੀ ਚਾਹੁੰਦੇ ਹੈਗੇ ਭੈਣ ਭਰਾ, ਦੈਟਸ ਓਕੇ, ਅਸੀਂ ਉਹ ਚੀਜ਼ ਨੂੰ ਵੀ ਵੇਵ ਆਫ ਕਰਾਤਾ ਹੈਗਾ, ਅਸੀਂ ਉਹਦੀ ਵੀ ਆਪਾਂ ਲੈਟਰ ਤੋਂ ਐਕਸੈਪਸ਼ਨ ਲਈ ਹੋਈ ਆ। ਜੇ ਕੋਈ ਵੀ ਭੈਣ ਭਰਾ ਨੇ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਆ, ਉਹ ਸਾਡੇ ਆਫਿਸ ਵੀ ਆ ਸਕਦੇ ਆ, ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਚੀਜ਼ ਕਲੀਅਰ ਦੱਸ ਸਕਦੇ ਆ, ਤੁਹਾਨੂੰ ਕੰਪੇਰੇਬਲਸ ਵੀ ਦਿਖਾ ਸਕਦੇ ਆ। ਐਂਡ ਕਾਫੀ ਆਪਣੇ ਭੈਣ ਭਰਾ ਹੈਗੇ ਆ ਜਿਹੜੇ ਕਹਿੰਦੇ ਹੈਗੇ ਆ ਕਿ ਬਈ ਸਾਨੂੰ ਪ੍ਰਾਪਰਟੀ ਦੇ ਵਿੱਚ ਮਦਦ ਕਰ ਸਕਦੇ ਕਿ ਨਹੀਂ। ਜੇ ਕੋਈ ਵੀ ਭੈਣ ਭਰਾ ਇੱਦਾਂ ਦੀ ਵੀ ਜਿਹਨਾਂ ਨੂੰ ਰਿਕੁਆਇਰਮੈਂਟ ਹੈ, ਉਹ ਕੁਲਦੀਪ ਜੀ ਨਾਲ ਗੱਲ ਕਰ ਸਕਦੇ ਆ, ਜਿਹੜੇ ਆਪਣੀ ਟੀਮ ਨਾਲ ਹੀ ਕੰਮ ਕਰਦੇ ਆ, ਐਂਡ ਉਹ ਜਿਹੜਾ ਹੈਗਾ ਤੁਹਾਨੂੰ ਕੰਪੇਰੇਬਲ ਦਿਖਾ ਕੇ ਤੁਹਾਨੂੰ ਪ੍ਰਾਪਰਟੀ ਤੁਹਾਡੇ ਹਿਸਾਬ ਦੀ ਉਹਦੇ ਵਿੱਚ ਉਹ ਤੁਹਾਨੂੰ ਮਦਦ ਕਰ ਸਕਦੇ ਆ, ਬਿਕਾਜ਼ ਵੀ ਆਰ ਵਨ ਟੀਮ। ਆਪਾਂ ਤੁਹਾਨੂੰ ਰਾਈਟ ਐਡਵਾਈਸ ਦੇ ਕੇ ਜਿਹੜੀ ਹੈਗੀ ਆ ਰਾਈਟ ਪ੍ਰਾਪਰਟੀ ਤੁਹਾਨੂੰ ਦਵਾ ਸਕਦੇ ਆ। ਹਾਂਜੀ, ਵਾਕਈ ਤੁਸੀਂ ਦੱਸਿਆ ਜੀ, ਅਗਰ ਤੁਸੀਂ ਮੌਰਗੇਜ ਤੁਹਾਡੀ ਨਹੀਂ ਹੋ ਰਹੀ ਹੈਗੀ, ਲਾਸਟ ਮਿੰਟ ਤੇ ਆ ਕੇ ਤੁਹਾਨੂੰ ਕਿਸੇ ਨੇ ਕੋਈ ਪ੍ਰੋਬਲਮ ਦੇ ਦਿੱਤੀ ਆ, ਤਾਂ ਤੁਸੀਂ ਇੱਕੇ ਨੰਬਰ ਤੇ ਡਾਇਲ ਕਰਨਾ। ਨੰਬਰ 6160722023 6477022023 ਦੇ ਉੱਤੇ ਸਾਡੇ ਕੋਲੋਂ ਤੁਸੀਂ ਐਨੀ ਟਾਈਮ ਇਹ ਨੰਬਰ ਲੈ ਸਕਦੇ ਹੋ, ਕਾਫਲਾ ਟੀਵੀ ਤੋਂ, ਕਾਫਲਾ ਰੇਡੀਓ ਤੋਂ, ਤੇ ਤੁਹਾਨੂੰ ਜਿਹੜਾ ਨੰਬਰ ਆ ਪ੍ਰੋਵਾਈਡ ਕੀਤਾ ਜਾਊਗਾ, ਤੇ ਪੂਰੀ ਗਰੰਟੀ ਕਰਦੇ ਨੇ ਜਿਸ ਹਿਸਾਬ ਨਾਲ ਦੱਸਿਆ ਇਹਨਾਂ ਨੇ। ਤੇ ਤੁਹਾਡੀ ਮੌਰਗੇਜ ਆ ਤੁਹਾਨੂੰ ਲਾਸਟ ਮਿੰਟ ਦੇ ਉੱਤੇ ਤੁਹਾਡੀ ਕਲੋਜ਼ਿੰਗ ਡੇ ਵਾਲੇ ਦਿਨ ਤੁਹਾਨੂੰ ਇਹ ਨਹੀਂ ਹੋਊਗਾ ਤੁਹਾਡੀ ਮੌਰਗੇਜ ਨਹੀਂ ਹੋਈ, ਤੁਹਾਨੂੰ ਦੱਸਣਗੇ ਵੀ ਇੰਨੇ ਵਜੇ ਤੁਹਾਡੀ ਚਾਬੀ ਰੈਡੀ ਆ, ਲੈ ਜਾਓ ਘਰ ਦੀ, ਤੁਹਾਡੀ ਕਲੋਜ਼ਿੰਗ ਹੋ ਚੁੱਕੀ ਹੈ ਤੇ ਚਾਬੀ ਲੈ ਜਾਓ, ਤੁਸੀਂ ਘਰ ਦੇ ਵਿੱਚ ਆਪਦਾ ਇੰਜੋਏ ਕਰ ਸਕਦੇ ਹੋ ਉਸ ਪ੍ਰਾਪਰਟੀ ਦੇ ਵਿੱਚ। ਗੱਲ ਕਰਦੇ ਹੁਣ ਪ੍ਰੀ ਅਪਰੂਵਲ ਜਿਹੜੀ ਲੈਟਰ ਹੁੰਦੀ ਹੈਗੀ ਹੈ ਜੀ। ਜੀ ਭਾਜੀ ਦੇਖੋ, ਪ੍ਰੀ ਅਪਰੂਵਲ ਲੈਟਰ ਹੋਣੀ ਬਹੁਤ ਜ਼ਰੂਰੀ ਹੈ ਅੱਜ ਕੱਲ ਅੱਜ ਦੀ ਮਾਰਕੀਟ ਦੇ ਵਿੱਚ। ਦੇਖੋ ਸਰ, ਤੁਸੀਂ ਰੀਅਲ ਸਟੇਟ ਦੇ ਵਿੱਚ ਹੈਗੇ ਜੀ, ਠੀਕ ਹੈ ਨਾ, ਐਂਡ ਤੁਸੀਂ ਤਾਂ ਐਵਰੀਡੇ ਦੇਖਦੇ ਆ ਕਿੰਨੇ ਭੈਣ ਭਰਾ ਆਪਣੇ ਪਰੇਸ਼ਾਨ ਹੁੰਦੇ ਆ, ਜਿਹੜੇ ਗੱਲਾਂ ਦੇ ਵਿੱਚ ਆ ਕੇ ਆਫਰ ਪਾ ਦਿੰਦੇ ਆ, ਡਿਪੋਜ਼ਿਟ ਦੇ ਦਿੰਦੇ ਆ ਜੀ, ਪਰ ਇੱਕ ਕੰਮ ਨਹੀਂ ਕਰਦੇ ਜੀ। ਕਿਸੇ ਵੀ ਟਰਸਟਡ ਮਾਰਕੀਟ ਪ੍ਰੋਫੈਸ਼ਨਲ ਨਾਲ ਜਾਂ ਸਾਡੇ ਕੋਲ ਨਹੀਂ ਆਉਂਦੇ ਆਹ ਦੇਖਣ ਵਾਸਤੇ ਕਿ ਬਈ ਮੈਂ ਕੀ ਕੁਆਲੀਫਾਈ ਕਰ ਸਕਦਾ ਕਿ ਨਹੀਂ ਕਰ ਸਕਦਾ, ਕਿ ਮੈਂ ਇਹਦੀ ਜਿਹੜੀ ਮੰਥਲੀ ਪੇਮੈਂਟ ਹੈ ਕੀ ਮੈਂ ਉਹ ਅਫੋਰਡ ਕਰ ਸਕਦਾ ਕਿ ਨਹੀਂ ਕਰ ਸਕਦਾ। ਇਸ ਲਈ ਭਾਜੀ ਆਪਾਂ ਸਪੈਸ਼ਲ ਸੈਗਮੈਂਟ ਲਾਇਆ ਹੈਗਾ ਇਹਦੇ ਬਾਰੇ, ਕਿਉਂਕਿ ਮੈਂ ਜ਼ਰੂਰ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਵੀ ਭੈਣ ਭਰਾ, ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਭਾਵੇਂ ਤੁਸੀਂ ਰਿਪੀਟ ਇਨਵੈਸਟਰ ਹੋ, ਭਾਵੇਂ ਤੁਸੀਂ ਫਲਿੱਪ ਲੈ ਰਹੇ ਹੋ, ਭਾਵੇਂ ਤੁਸੀਂ ਪ੍ਰੀ ਕੰਸਟਰਕਸ਼ਨ ਕਰ ਰਹੇ ਹੋ, ਜਿਹੜੀ ਵੀ ਤੁਹਾਡੀ ਸਿਚੁਏਸ਼ਨ ਆ, ਹੱਥ ਜੋੜ ਕੇ ਭਾਜੀ ਰਿਕੁਐਸਟ ਕਰਦਾ ਤੁਸੀਂ ਆਪਣੀ ਪ੍ਰਾਪਰਟੀ ਲੈਣ ਤੋਂ ਪਹਿਲਾਂ ਆਪਣੀ ਪ੍ਰੀ ਅਪਰੂਵਲ ਜ਼ਰੂਰ ਕਰਾਓ। ਰੀਅਲਟਰ ਕੋਲ ਬਾਅਦ ਦੇ ਵਿੱਚ ਜਾਓ, ਪਹਿਲਾਂ ਤੁਸੀਂ ਟਰਸਟਡ ਮਾਰਕੀਟ ਪ੍ਰੋਫੈਸ਼ਨਲ ਕੋਲੇ ਜਾਓ, ਭਾਵੇਂ ਤੁਸੀਂ ਸਾਡੇ ਕੋਲੇ ਆਓ, ਭਾਵੇਂ ਤੁਸੀਂ ਨਾ ਆਓ, ਤੁਹਾਡਾ ਦੇਖਣਾ। ਬਟ ਜੇ ਤੁਸੀਂ ਸਾਡੇ ਕੋਲੇ ਵੀ ਆਓਗੇ, ਅਸੀਂ ਵੀ ਤੁਹਾਨੂੰ ਮੇਕ ਸ਼ੋਰ ਕਰਕੇ ਪ੍ਰੀ ਅਪਰੂਵਲ ਕਰਕੇ ਦੇਵਾਂਗੇ, ਐਂਡ ਉਹ ਪ੍ਰੀ ਅਪਰੂਵਲ ਵੀ ਜਿਹੜਾ ਹੈਗਾ 6 ਮਹੀਨੇ ਲਈ ਵੈਲਿਡ ਹੋਏਗਾ। ਕਿਉਂਕਿ ਕੱਲ ਜੇ ਤੁਸੀਂ ਜਾਂਦੇ ਹੋ ਕੋਈ ਵੀ ਪ੍ਰਾਪਰਟੀ ਲੈਣ ਵਾਸਤੇ, ਜਿਹੜਾ ਵੀ ਇੰਡੀਵਿਜੂਅਲ ਤੁਹਾਨੂੰ ਪ੍ਰਾਪਰਟੀ ਵਿਖਾ ਰਿਹਾ
ਉਹਨੂੰ ਵੀ ਤਾਂ ਕੰਫਰਟ ਹੁੰਦਾ ਨਾ ਕਿ ਬਈ ਸਾਡਾ ਕਲਾਇੰਟ ਇੰਨਾ ਪ੍ਰੀ ਕੁਆਲੀਫਾਈਡ ਆ, ਐਂਡ ਉਹਨਾਂ ਦੀ ਜੇ ਉਹ ਡਿਪੋਜ਼ਿਟ ਵੀ ਪਾਉਂਦੇ ਹੈਗੇ ਫਿਊਚਰ ਦੇ ਵਿੱਚ ਤੇ ਉਹਨਾਂ ਦਾ ਡਿਪੋਜ਼ਿਟ ਨਹੀਂ ਮਰੇਗਾ। ਜੀ ਹਮੇਸ਼ਾ ਜਦੋਂ ਨਾਗਰ ਸਾਹਿਬ ਮੈਂ ਕਿਸੇ ਆਪਣੇ ਕਲਾਇੰਟ ਨੂੰ ਕਿਉਂਕਿ ਵੈਸੇ ਵੀ ਹੁਣ ਸਾਡਾ ਇੱਥੇ ਲਾਅ ਬਣਿਆ ਹੋਇਆ ਵੀ ਜੇ ਤੁਸੀਂ ਕਿਸੇ ਨੂੰ ਪ੍ਰੋਪਰਟੀ ਦਿਖਾਉਣੀ ਆ, ਇਹ ਨਹੀਂ ਕਿਸੇ ਨੇ ਕਾਲ ਕਰਤੀ ਜੀ ਤੁਹਾਨੂੰ ਸਪੈਸ਼ਲ ਕੰਟਰੈਕਟ ਜਿਹੜਾ ਉਹਦੇ ਨਾਲ ਸਾਈਨ ਅਪ ਕਰਨਾ ਪੈਂਦਾ ਹੈਗਾ ਕਲਾਇੰਟ ਨੂੰ ਰੀਅਲਟਰ ਦੇ ਨਾਲ, ਫਿਰ ਤੁਸੀਂ ਜਿਹੜੀ ਪ੍ਰੋਪਰਟੀ ਆ ਸ਼ੋਅ ਕਰ ਸਕਦੇ ਹੋ, ਅਦਰਵਾਈਜ਼ ਨਹੀਂ ਸ਼ੋਅ ਕਰ ਸਕਦੇ ਅੱਗੇ ਵਾਂਗੂ ਜੀ ਚਲੋ ਕੋਈ ਨਹੀਂ ਦਿਖਾ ਦਿਓ। ਪਰ ਹਮੇਸ਼ਾ ਜਿੰਨੇ ਵੀ ਮੇਰੇ ਕਲਾਇੰਟ ਨੇ ਬੜੇ ਸਮਝਦਾਰ ਨੇ, ਸੂਝਵਾਨ ਹੁੰਦੇ ਨੇ, ਹਮੇਸ਼ਾ ਆਪਾਂ ਉਹਨਾਂ ਦੀ ਪ੍ਰੀ ਅਪਰੂਵ ਮੌਰਗੇਜ ਕਰਕੇ ਵੀ ਪਹਿਲਾਂ ਉਹਨਾਂ ਨੂੰ ਬੈਠ ਕੇ ਆਫਿਸ ਦੇ ਵਿੱਚ ਬੁਲਾਈਦਾ ਹੈਗਾ ਵੀ ਤੁਹਾਡਾ ਬਜਟ ਕਿੰਨਾ, ਤੁਸੀਂ ਕੀ ਤੁਹਾਡੀ ਨੀਡਸ ਹੈਗੀਆਂ ਨੇ, ਤੁਹਾਡੀ ਜੌਬ ਕੀ ਹੈਗੀ ਆ, ਉਸ ਨੂੰ ਦੇਖ ਕੇ ਫਿਰ ਵੀ ਤੁਸੀਂ ਮਿਲੀਅਨ ਦਾ ਲੈਣਾ ਜਾਂ 8 ਲੱਖ ਦਾ ਲੈਣਾ ਜਾਂ 1.5 ਮਿਲੀਅਨ ਦਾ ਜੋ ਵੀ ਉਹਨਾਂ ਦਾ ਬਜਟ ਹੈਗਾ ਸੈਟਅਪ ਕੀਤਾ ਹੁੰਦਾ, ਫਿਰ ਉਹ ਪ੍ਰੀ ਅਪਰੂਵ ਕਰਵਾ ਕੇ ਫਿਰ ਉਹਨਾਂ ਨੂੰ ਦਿਖਾਉਣ ਚਾਹੀਦਾ। ਉਹਦੇ ਵਿੱਚ ਕਲਾਇੰਟ ਦਾ ਟਾਈਮ ਵੀ ਸੇਵ ਹੁੰਦਾ ਹੈਗਾ ਤੇ ਜਿਹੜਾ ਰੀਅਲਟਰ ਹੁੰਦਾ ਉਹਦਾ ਵੀ ਟਾਈਮ ਸੇਵ ਹੁੰਦਾ, ਨਾਲ ਜਦੋਂ ਮੌਰਗੇਜ ਜਿਹੜਾ ਏਜੰਟ ਹੁੰਦਾ ਹੈਗਾ ਉਹਦਾ ਵੀ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਆਪਣੇ ਅਸੀਂ ਇਹਨੂੰ 1.5 ਮਿਲੀਅਨ ਦੀ ਜਿਹੜੀ ਮੌਰਗੇਜ ਅਪਰੂਵ ਕਰਤੀ ਤੇ ਲੈਟਰ ਦੇਤੀ ਹੈਗੀ ਆ ਤੇ ਗੁੱਡ ਟੂ ਗੋ, ਹੁਣ ਤੁਸੀਂ ਕੋਈ ਪ੍ਰੋਬਲਮ ਨਹੀਂ, ਤੁਸੀਂ ਜਦੋਂ ਮਰਜ਼ੀ ਉਹਦੀ ਭਾਵੇਂ 60 ਡੇਜ਼ ਪਾ ਦਿਓ, ਭਾਵੇਂ 30 ਡੇ ਪਾ ਦਿਓ ਜਾਂ 90 ਡੇ ਦੇ ਵਿੱਚ ਜਿਹੜੀ ਕਲੋਜ਼ਿੰਗ ਆ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ, ਕਿਉਂਕਿ ਸਾਰੇ ਈਜ਼ੀ ਹੈਗਾ, ਇਹ ਬੜਾ ਇੱਕ ਈਜ਼ੀ ਪ੍ਰੋਸੈਸ ਹੈਗਾ, ਇਸ ਕਰਕੇ ਤੁਸੀਂ ਈਜ਼ੀ ਵੇ ਦੇ ਨਾਲ ਚੱਲੋ ਤਾਂ ਤੁਹਾਨੂੰ ਕਦੇ ਵੀ ਕਲੋਜ਼ਿੰਗ ਦੇ ਵਿੱਚ ਡੇਟ ਦੇ ਵਿੱਚ ਕਦੇ ਪ੍ਰੋਬਲਮ ਨਹੀਂ ਆਊਗੀ। ਨਹੀਂ ਕਈਆਂ ਦਾ ਦੇਖੀਦਾ ਮਹੀਨੇ ਤਿੰਨਾਂ ਜਦੋਂ ਆਪਾਂ ਘਰ ਦੀ ਕਲੋਜ਼ਿੰਗ ਮਤਲਬ ਘਰ ਬਾਏ ਕਰ ਲੈਂਦੇ ਨੇ ਕਲਾਇੰਟ, ਆਫਰ ਪਾ ਕੇ ਐਕਸੈਪਟ ਹੋ ਜਾਂਦੀ ਆ, ਪਰ ਜਦੋਂ ਕਲੋਜ਼ਿੰਗ ਆਉਣੀ ਹੁੰਦੀ ਆ ਮਹੀਨਾ 1.5 ਮਹੀਨਾ ਪਹਿਲਾਂ ਬਹੁਤ ਜ਼ਿਆਦਾ ਜੀ, ਫਿਰ ਕਈ ਵਾਰ ਮੌਰਗੇਜ ਏਜੰਟ ਕਾਲ ਕਰਦੇ ਨੇ ਜੀ ਤੁਹਾਡੀ ਫਾਈਲ ਜਿਹੜਾ ਲੋਨ ਤੁਹਾਡੀ ਮੌਰਗੇਜ ਅਪਰੂਵ ਨਹੀਂ ਹੋਈ ਹੈਗੀ। ਇਸ ਕਰਕੇ ਹਮੇਸ਼ਾ ਅਸੀਂ ਕਹਿੰਦੇ ਜੀ ਜਿਨ੍ਹਾਂ ਦਾ ਐਕਸਪੀਰੀਅੰਸ ਆ, ਲੰਬਾ ਸਮੇਂ ਤੋਂ ਤਜਰਬਾ ਹੈਗਾ, ਕਦੇ ਵੀ ਨਾ ਨਹੀਂ ਕਰਦੇ ਤੁਹਾਡੀ ਮੌਰਗੇਜ ਤੋਂ, ਭਾਵੇਂ ਮਿਲੀਅਨ ਦਾ ਜਾਂ ਭਾਵੇਂ 5-10 ਮਿਲੀਅਨ ਤੱਕ ਜਾਂ ਕਿੱਡੀ ਵੀ ਵੱਡੀ ਪ੍ਰਾਪਰਟੀ ਲੈਣੀ ਹੈਗੀ ਆ, ਤਾਂ ਤੁਸੀਂ ਇੱਕੋ ਇੱਕ ਨੰਬਰ ਦੇ ਉੱਤੇ ਕਾਲ ਕਰਨੀ ਆ ਨਾਗਰ ਸਾਹਿਬ ਦੇ ਨਾਲ 647 702 2023 ਦੇ ਉੱਤੇ ਜਿਹੜੀ ਕਾਲ ਕੀਤੀ ਜਾ ਸਕਦੀ ਆ। ਤੇ ਹੁਣ ਗੱਲ ਕਰਾਂਗੇ ਲੀਜ਼ ਟੂ ਓਨ, ਇਹ ਕੀ ਪ੍ਰੋਸੈਸ ਹੁੰਦਾ ਹੈਗਾ, ਲੀਜ਼ ਟੂ ਓਨ ਕਿੱਦਾਂ ਜਿਹੜੇ ਨੇ ਸਾਡੇ ਕਲਾਇੰਟ ਹੈਗੇ ਨੇ ਜਾਂ ਸਾਡੇ ਦਰਸ਼ਕ ਹੈਗੇ ਨੇ ਉਹ ਕਿਵੇਂ ਕਰ ਸਕਦੇ ਨੇ, ਆਪਦਾ ਉਸ ਪ੍ਰਾਪਰਟੀ ਦੇ ਓਨਰ ਬਣ ਸਕਦੇ ਨੇ। ਦੇਖੋ ਭਾਜੀ ਲੀਜ਼ ਟੂ ਓਨ ਇੱਕ ਬਹੁਤ ਸਿੰਪਲ ਤਰੀਕਾ ਹੁੰਦਾ ਹੈਗਾ ਆਪਣੇ ਉਨ ਭੈਣ ਭਰਾਵਾਂ ਵਾਸਤੇ ਜਿਹੜੇ ਪ੍ਰੋਪਰ ਤਰੀਕੇ ਨਾਲ ਆਪਣੀ ਸੇਵਿੰਗ ਘਰ ਲਈ ਨਹੀਂ ਕਰ ਸਕਦੇ ਜੀ। ਤਾਂ ਲੈਟਸ ਸੇ ਤੁਹਾਨੂੰ ਕੋਈ ਘਰ ਪਸੰਦ ਆ ਗਿਆ ਜੀ, ਤੁਸੀਂ ਉਹ ਘਰ ਨੂੰ ਰੈਂਟ ਕਰਦੇ ਆ, ਠੀਕ ਆ, ਐਂਡ ਉਹ ਘਰ ਨੂੰ ਰੈਂਟ ਕਰਕੇ ਤੁਸੀਂ 3 ਸਾਲ ਦੀ ਲੀਜ਼ ਕਰਦੇ ਆ, ਐਂਡ ਜਿਹੜਾ ਤੁਸੀਂ ਰੈਂਟ ਉਹਨੂੰ ਦਿੰਦੇ ਆ ਉਹਦੇ ਵਿੱਚੋਂ 20% ਜਿਹੜੀ ਹੈਗੀ ਆ ਤੁਹਾਡਾ ਜਿਹੜਾ ਹੋਮ ਓਨਰ ਹੈਗਾ, ਠੀਕ ਆ, ਜਿਹੜਾ ਲੈਂਡਲੋਰਡ ਹੈਗਾ ਉਹ ਹੀ ਸੇਵਸ ਦੈਟ ਮਚ ਮਨੀ ਫॉर ਯੂ। ਐਂਡ ਉਹ ਤੋਂ ਬਾਅਦ ਜਦ ਤੁਹਾਡੀ ਲੀਜ਼ ਐਂਡ ਹੋ ਜਾਂਦੀ ਆ ਦੈਨ ਯੂ ਕੈਨ ਪਰਚੇਜ਼ ਦੈਟ ਪ੍ਰਾਪਰਟੀ at the amount ਜਿਹੜੀ ਤੁਸੀਂ ਐਗਰੀਬਲ ਕੀਤੀ at the time of leasing the property 3 year before, ਪਹਿਲਾਂ ਜਿਹੜੀ ਪਹਿਲਾਂ ਲੀਜ਼ ਕੀਤੀ ਸੀ ਉਹਦੇ ਹਿਸਾਬ ਨਾਲ ਤੁਸੀਂ ਜਿਹੜੀ ਹੈਗੀ ਆ ਪ੍ਰਾਈਸ ਜਿਹੜੀ ਐਗਰੀ ਕੀਤੀ ਆ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਡਾਊਨ ਪੇਮੈਂਟ ਲਾ ਕੇ ਆਹ ਪ੍ਰਾਪਰਟੀ ਨੂੰ ਜਿਹੜਾ ਹੈਗਾ ਪਰਚੇਜ਼ ਕਰ ਸਕਦੇ ਹੋ ਜੀ। ਇਟ ਇਜ਼ ਅ ਵੈਰੀ ਜਨਰਲ ਟੌਪਿਕ, ਇਟ ਇਜ਼ ਅ ਵੈਰੀ ਯੂਜ਼ਫੁਲ ਟੌਪਿਕ ਉਹਨਾਂ ਲਈ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਜਿਹੜੇ ਹੈਂਡ ਟੂ ਮਾਊਥ ਡੇਲੀ ਡੇ ਟੂ ਡੇ ਵੇਜਿਸ ਤੇ ਰਹਿੰਦੇ ਨੇ, ਜਿਨ੍ਹਾਂ ਨੂੰ ਥੋੜਾ ਔਖਾ ਹੈਗਾ ਰਾਈਟ ਅਵੇ ਸੇਵਿੰਗ ਕਰਨ ਵਾਸਤੇ, ਤੇ ਤਾਂ ਹੀ ਉਹਨਾਂ ਨੂੰ ਜਿਹੜਾ ਹੈਗਾ ਰੈਗੂਲਰ ਵੇਜਿਸ ਨੂੰ ਐਡ ਕਰਕੇ ਰਾਦਰ ਦੈਨ ਲੰਪ ਸਮ ਪੇਮੈਂਟ ਕਰਕੇ ਉਹ ਇੰਸਟਾਲਮੈਂਟ ਪੇਮੈਂਟਸ ਵੀ ਐਡ ਕਰਾਉਂਦੇ ਨੇ, ਜਿਸ ਕਰਕੇ ਉਹਨਾਂ ਨੂੰ 10% ਜਾਂ 20% ਜਿਹੜੀ ਵੀ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਉਹਨਾਂ ਦੀ ਫੁਲਫਿਲ ਹੋਣੀ ਚਾਹੀਦੀ ਆ ਜੀ। ਤੇ ਜੇ ਕੋਈ ਵੀ ਭੈਣ ਭਰਾ ਸਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੈਗਾ ਲੀਜ਼ ਟੂ ਓਨ ਪ੍ਰੋਗਰਾਮ ਦੀ, ਸਾਡੇ ਨਾਲ ਗੱਲ ਕਰ ਸਕਦਾ ਹੈਗਾ, ਅਸੀਂ ਉਹਦੇ ਵਿੱਚ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ, ਪੂਰੀ ਗਾਈਡੈਂਸ ਦੇ ਸਕਦੇ ਹਾਂ, ਨਾਲ ਦੇ ਨਾਲ ਤੁਹਾਨੂੰ ਹਮੇਸ਼ਾ ਹੀ ਫ੍ਰੀ ਨੋਨ ਆਬਲੀਗੇਟਰੀ ਐਡਵਾਈਸ ਦਿੰਦੇ ਆ, ਜਿਸ ਕਰਕੇ ਤੁਹਾਨੂੰ ਜਿਹੜਾ ਹੈਗਾ ਰਾਈਟ ਐਡਵਾਈਸ ਦੇ ਨਾਲ ਤੁਸੀਂ ਰਾਈਟ ਡਿਸੀਜਨ ਬਣਾਉਂਦੇ ਹੋ ਵਿਚ ਇਜ਼ ਗੋਇੰ ਟੂ ਬੀ ਅ ਬੈਨੀਫਿਟ ਟੂ ਦ ਕਲਾਇੰਟ ਜੀ। ਹੁਣ ਅਖੀਰ ਦੇ ਵਿੱਚ ਦੱਸੋ, ਤੁਸੀਂ ਰੈਜ਼ੀਡੈਂਸ਼ੀਅਲ ਦਾ ਪਤਾ ਲੱਗ ਗਿਆ ਵੀ ਤੁਸੀਂ 100% ਆ ਜਿਹੜੀ ਰੈਜ਼ੀਡੈਂਸ਼ੀਅਲ ਕਰਦੇ ਹੋ, ਕਮਰਸ਼ੀਅਲ ਬਾਰੇ ਵੀ ਦੱਸੋ ਕਿ ਤੁਸੀਂ ਜਿੱਦਾਂ ਕਿਸੇ ਨੇ ਟਰੱਕ ਜਾਲ ਲੈਣਾ ਜਾਂ ਕੋਈ ਕਮਰਸ਼ੀਅਲ ਕੋਈ ਯੂਨਿਟ ਬਣਾ ਰਿਹਾ ਹੈਗਾ, ਬਿਲਡਿੰਗ ਬਣਾ ਰਿਹਾ ਹੈਗਾ ਜਾਂ ਵੇਅਰ ਹਾਊਸ ਬਣਾ ਰਿਹਾ, ਕੁਝ ਵੀ ਹੈਗਾ, ਤੇ ਉਹਦੇ ਬਾਰੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ। ਡੈਫੀਨਿਟਲੀ ਭਾਈ ਦੇਖੋ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਾਫੀ ਮਦਦ ਕਰ ਸਕਦੇ ਹਾਂ ਕਮਰਸ਼ੀਅਲ ਫਾਈਨੈਂਸਿੰਗ ਦੇ ਵਿੱਚ ਵੀ। ਕਮਰਸ਼ੀਅਲ ਫਾਈਨੈਂਸਿੰਗ ਵੀ ਪੂਰੀ ਆਪਾਂ ਜਿਹੜੀ ਹੈਲਪ ਕਰੀਦੀ ਹੁੰਦੀ ਆ, ਉਹਦੇ ਵਿੱਚ ਟਰੱਕ, ਟ੍ਰੇਲਰ, ਹੈਵੀ ਮਸ਼ੀਨਰੀ, ਇਕੁਇਪਮੈਂਟ, ਜਾਂ ਤੁਸੀਂ ਕੋਈ ਵੀ ਕਮਰਸ਼ੀਅਲ ਫਾਈਨੈਂਸਿੰਗ ਕਰਾਉਣੀ ਆ, ਕਮਰਸ਼ੀਅਲ ਰੀਫਾਈਨੈਂਸਿੰਗ ਕਰਾਉਣੀ ਆ, ਤੁਸੀਂ ਕੋਈ ਰੈਸਟੋਰੈਂਟ ਲੈਣਾ ਚਾਹ ਰਹੇ ਹੋ,
ਤੁਸੀਂ ਕੋਈ ਕੰਸਟਰਕਸ਼ਨ ਜਿਹੜਾ ਹੈਗਾ ਫਾਈਨੈਂਸਿੰਗ ਕਰਨਾ ਚਾਹ ਰਹੇ ਉਹਦੇ ਵਿੱਚ ਵੀ ਆਪਾਂ ਪੂਰਾ ਜਿਹੜਾ ਹੈਗਾ ਤੁਹਾਨੂੰ ਮਦਦ ਕਰ ਸਕਦੇ ਹਾਂ। ਕਮਰਸ਼ੀਅਲ ਫਾਈਨੈਂਸਿੰਗ ਦੇ ਵਿੱਚ ਵੀ ਜੇ ਤੁਸੀਂ ਮਲਟੀ ਸਟੋਰੀ ਬਿਲਡਿੰਗਸ ਤੁਸੀਂ ਉਹ ਫਾਈਨੈਂਸ ਕਰਨਾ ਚਾਹੁੰਦੇ ਹੋ ਉਹ ਵੀ ਅਸੀਂ ਤੁਹਾਡੇ ਲਈ ਕਰ ਸਕਦੇ ਹੈਗੇ ਆ ਵਿਦ ਐਜ਼ ਲੋ ਐਜ਼ 5% ਡਾਊਨ। ਕੀ ਬਾਤ ਹੈ ਜੀ। 5% ਡਾਊਨ ਦੇ ਕੇ ਤੁਸੀਂ ਜਿਹੜਾ ਹੈਗਾ ਕੋਈ ਵੀ ਤੁਸੀਂ ਰੈਸਟੋਰੈਂਟ ਜਾਂ ਜਿਹੜੀ ਬਿਲਡਿੰਗ ਹੈਗੀ ਜੀ ਉਹ ਰੈਸਟੋਰੈਂਟ ਨਹੀਂ ਹੈਗਾ, ਇਟ ਇਜ਼ ਸੋਲੀ ਫॉर ਜਿਹੜੇ ਕਮਰਸ਼ੀਅਲ ਬਿਲਡਿੰਗ ਕੋਈ ਹੈਗੀ ਆ ਜਿਹੜੀ 5 ਪਲੈਕਸ ਜਾਂ ਅਪ ਹੈਗੀ ਆ ਐਂਡ ਜਿਹੜੀ ਕੋਈ ਵੀ ਕਮਰਸ਼ੀਅਲ ਬਿਲਡਿੰਗ ਓਨਟਾਰੀਓ ਦੇ ਵਿੱਚ ਹੈਗੀ ਆ ਉਹ ਹੁਣ CMHC ਅਪਰੂਵਡ ਅਸੀਂ ਜਿਹੜੀ ਹੈਗੀ ਆ ਅਪਰੂਵ ਕਰਵਾ ਸਕਦੇ ਹਾਂ। ਜੇ ਕੋਈ ਵੀ ਭੈਣ ਭਰਾ ਨੇ ਮੇਰੇ ਨਾਲ ਉਹਦੇ ਬਾਰੇ ਵੀ ਗੱਲਬਾਤ ਕਰਨੀ ਆ ਐਕਸਕਲੂਸਿਵ ਲੈ ਕੇ ਆਏ ਹੈਗੇ ਆ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ, ਸਾਡੇ ਆਫਿਸ ਆ ਸਕਦੇ ਹੋ ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਗਾਈਡੈਂਸ ਦੇ ਸਕਦੇ ਹਾਂ। ਜੀ ਬਹੁਤ ਬਹੁਤ ਧੰਨਵਾਦ ਨਾਗਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਇੰਟਰਸਟ ਰੇਟ ਬਾਰੇ ਦੱਸਿਆ ਹੈਗਾ ਤੇ ਨਾਲ ਦੀ ਨਾਲ ਲੀਜ਼ ਟੂ ਓਨ ਜੋ ਹੋਰ ਵੀ ਸੀਗੀਆਂ ਆਪਣੇ ਮਤਲਬ ਮੌਰਗੇਜ ਦੇ ਰਿਲੇਟਡ ਸਾਡੇ ਦਰਸ਼ਕਾਂ ਦੇ ਨਾਲ, ਕਿਉਂਕਿ ਸਾਨੂੰ ਟੈਕਸਟ ਮੈਸੇਜ ਸਾਨੂੰ ਫੋਨ ਕਾਲ ਆਉਂਦੀਆਂ ਨੇ ਤੇ ਤੁਹਾਨੂੰ ਜਿਹੜਾ ਫੋਨ ਹੈਗਾ ਤੁਹਾਡਾ ਫੋਨ ਤਾਂ ਮਤਲਬ ਮੈਨੂੰ ਲੱਗਦਾ ਨਹੀਂਗਾ ਵੀ ਆਲਵੇਜ਼ ਜਿਹੜਾ ਹੈਗਾ ਰਿੰਗਿੰਗ ਹੋ ਹੀ ਜਾਂਦਾ ਹੁੰਦਾ ਹੈਗਾ, ਕਿਉਂਕਿ ਤੁਹਾਨੂੰ ਦਰਸ਼ਕ ਇੰਨੇ ਪਿਆਰ ਕਰਦੇ ਨੇ, ਕਲਾਇੰਟ ਤੁਹਾਡੇ ਤੁਹਾਨੂੰ ਦੂਰੋਂ ਜਿਹੜੀਆਂ ਕਾਲਾਂ ਕਰਕੇ ਤੁਹਾਤੋਂ ਇਨਕੁਆਰੀ ਲੈਂਦੇ ਨੇ, ਤੁਹਾਤੋਂ ਜਿਹੜੀ ਹੈਲਪ ਲੈਂਦੇ ਹੈਗੇ ਨੇ, ਕਿਉਂਕਿ ਸਾਰੀ ਨੌਲੇਜ ਆ, ਸਾਰਾ ਕੁਝ ਪਤਾ ਹੈਗਾ ਇਹਨਾਂ ਨੂੰ ਬੜੇ ਲੰਬੇ ਸਮੇਂ ਤੋਂ GNE ਮੌਰਗੇਜ ਤੋਂ, ਕਿਉਂਕਿ ਇਹ ਜੁਲਾਈ ਸਪੈਸ਼ਲ ਜਿਹੜੀ ਚੱਲਦੀ ਆ ਤੁਹਾਨੂੰ ਇਸ ਮਹੀਨੇ ਦੇ ਵਿੱਚ ਹੀ ਸਪੈਸ਼ਲ ਮਿਲੂਗੀ। ਕਾਲ ਕਰ ਲਓ ਤੇ ਅਖੀਰ ਦੇ ਵਿੱਚ ਦਰਸ਼ਕਾਂ ਨੂੰ ਕੀ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਹੈਗੇ? ਜੀ ਭਾਜੀ ਅਖੀਰ ਦੇ ਵਿੱਚ ਮੈਂ ਆਹੀ ਕਹਿ ਕੇ ਜਾਊਂਗਾ ਕਿ ਜੇ ਕੋਈ ਵੀ ਭੈਣ ਭਰਾ ਕਿਸੇ ਪ੍ਰਕਾਰ ਦੀ ਵੀ ਮੌਰਗੇਜ ਜਾਂ ਫਾਈਨੈਂਸਿੰਗ ਲੱਭ ਰਿਹਾ ਹੈਗਾ, ਭਾਵੇਂ ਫਸਟ ਸੈਕਿੰਡ ਥਰਡ ਮੌਰਗੇਜ ਚਾਹੀਦੀ ਆ, ਤੁਹਾਨੂੰ ਕੋਈ ਵੀ ਪ੍ਰਕਾਰ ਦੀ ਰੀਫਾਈਨੈਂਸ ਚਾਹੀਦੀ ਹੈ ਚਾਹੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਜਾਂ ਤੁਹਾਨੂੰ ਕੋਈ ਕਮਰਸ਼ੀਅਲ ਫਾਈਨੈਂਸਿੰਗ ਦੀ ਲੋੜ ਆ ਰਹੀ ਹੈ ਜਾਂ ਕਮਰਸ਼ੀਅਲ ਰੀਫਾਈਨੈਂਸਿੰਗ ਦੀ ਲੋੜ ਪੈ ਰਹੀ ਹੈ, ਜਾਂ ਤੁਹਾਨੂੰ ਐਮਰਜੈਂਸੀ ਲੋਨ ਪੈਸੇ ਧੇਲੇ ਦੀ ਰਿਕੁਆਇਰਮੈਂਟ ਆ, ਜਾਂ ਤੁਹਾਡੀ ਸਿੰਪਲ ਨੀਡ ਹੈਗੀ ਆ ਕਿ ਤੁਸੀਂ ਆਪਣਾ ਘਰ ਢਾਹ ਕੇ ਬਣਾਉਣਾ ਚਾਹ ਰਹੇ ਹੋ, ਜਾਂ ਤੁਹਾਨੂੰ ਪ੍ਰੋਬਲਮ ਆ ਰਹੀ ਆ ਕਿ ਇੰਟਰਸਟ ਰੇਟ ਕਰਕੇ ਤੁਹਾਨੂੰ ਜਿਹੜੇ ਟਰਮਸ ਹੈਗੀ ਉਹ ਨਹੀਂ ਸਮਝ ਆ ਪਾਣੀਆਂ, ਜਿਹੜੀ ਥੋੜੀ ਲੈਂਡਰ ਨਾਲ ਹਜੇ ਕਮਿਊਨੀਕੇਸ਼ਨ ਹੋ ਰਹੀ ਹੈ ਉਹ ਨਹੀਂ ਸਮਝ ਆ ਪਾ ਰਹੀਆਂ, ਹਮੇਸ਼ਾ ਭਾਜੀ ਫ੍ਰੀ ਐਡਵਾਈਸ ਦਿੰਦੇ ਆ, ਹਮੇਸ਼ਾ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਆ। ਐਂਡ ਸਭ ਤੋਂ ਵੱਡੀ ਗੱਲ ਜੀ ਅਸੀਂ ਸਰ 7 ਦਿਨ ਖੁੱਲੇ ਗਏ। ਕੀ ਬਾਤ ਹੈ। ਕਿਉਂਕਿ ਆਪਣੇ ਭੈਣ ਭਰਾ ਵੱਖਰੇ ਆਵਰਸ ਕੰਮ ਕਰਦੇ ਆ ਐਂਡ ਦੇ ਨੀਡ ਟਾਈਮ ਫॉर ਦਿਸ ਆਲਸੋ, ਤੇ ਉਹ ਯੂਜੂਅਲੀ ਕਹਿੰਦੇ ਉਹਦੇ ਪੁੱਟ ਇਟ ਇਨ ਦ ਬੈਕ ਬਰਨਰ, ਜਦ ਹੋਏਗਾ ਤਾਂ ਦੇਖਾਂਗੇ, ਤੇ ਜਦ ਉਹਨਾਂ ਨੂੰ ਨੀਡ ਹੈਗੀ ਆ ਤਾਂ ਅਸੀਂ ਬੈਠੇ ਉਹਨਾਂ ਦੀ। ਤੇ ਆਪਾਂ 7 ਦਿਨ ਖੁੱਲੇ ਹੈਗੇ ਆ, ਆਵਰਸ ਹੈਗੇ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ, ਸੈਟਰਡੇ ਨੂੰ 9 ਤੋਂ 6, ਸੰਡੇ ਨੂੰ 11 ਤੋਂ 4। ਐਂਡ ਜੇ ਤੁਸੀਂ ਕਿਤੇ ਬਾਹਰ ਰਹਿੰਦੇ ਹੋ, ਕਿਤੇ ਦੂਰ ਰਹਿੰਦੇ ਹੋ, ਤੁਸੀਂ ਆ ਨਹੀਂ ਸਕਦੇ ਸਾਡੇ ਕੋਲੇ, ਆਫਿਸ ਨਹੀਂ ਆ ਸਕਦੇ, ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੈ। ਤੁਹਾਨੂੰ ਵਰਚੁਅਲ ਐਡਵਾਈਸ ਵੀ ਪੂਰੀ ਦਿੱਤੀ ਜਾਏਗੀ, ਫੋਨ ਤੇ ਸਕਾਈਪ ਤੇ ਪੂਰੀ ਟੈਕਨੋਲੋਜੀ ਜਿਹੜੀ ਹੈਗੀ ਤੁਹਾਡੇ ਵਾਸਤੇ ਯੂਜ਼ ਕੀਤੀ ਜਾਏਗੀ, ਜਿਸ ਕਰਕੇ ਤੁਹਾਨੂੰ ਪੂਰੀ ਪ੍ਰੋਪਰ ਨਾਲ ਤਰੀਕੇ ਨਾਲ ਗਾਈਡੈਂਸ ਕੀਤੀ ਜਾਵੇ। ਜੇ ਕੋਈ ਵੀ ਭੈਣ ਭਰਾ ਨੇ ਗੱਲਬਾਤ ਕਰਨੀ ਹੈ, ਭਾਜੀ ਨੇ ਨੰਬਰ ਨਾਲ ਜ਼ਰੂਰ ਦੱਸਿਏਗਾ। ਇੱਕ ਵਾਰ ਭਾਜੀ ਮੈਂ ਵੀ ਦੱਸ ਦੇਣਾ, 647 702 2023 647 702 2023 ਤੇ ਮੇਰੇ ਨਾਲ ਗੱਲਬਾਤ ਹੋ ਸਕਦੀ ਆ ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੀ ਵਾਕਿਆ ਹੀ ਤੁਸੀਂ ਮੌਰਗੇਜ ਦੇ ਰਿਲੇਟਡ ਕੋਈ ਵੀ ਭਾਵੇਂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੋਈ ਮੌਰਗੇਜ ਕਰਾਉਣੀ ਹੈਗੀ ਆ, ਬਿਲਕੁਲ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਤੁਹਾਨੂੰ ਪ੍ਰੋਮਿਸ ਕਰਦੇ ਨੇ, ਵਾਅਦਾ ਕਰਦੇ ਨੇ ਭਨਾਗਰ ਸਾਹਿਬ, ਤੁਹਾਡੀ ਜਿਹੜੀ ਮੌਰਗੇਜ ਆ ਤੁਹਾਨੂੰ ਔਨ ਟਾਈਮ ਤੁਹਾਡੀ ਜਿਹੜੀ ਕਲੋਜ਼ਿੰਗ ਕਰਵਾ ਕੇ ਦੇਣਗੇ। ਤੁਸੀਂ ਇਹੀ ਦੱਸਣਾ ਜੋ ਕਿ ਐਗਰੀਮੈਂਟ ਪੇਪਰ ਵਰਕ ਹੁੰਦੇ ਨੇ ਉਹ ਤੁਸੀਂ ਆਪਣੇ ਭਨਾਗਰ ਸਾਹਿਬ ਨੂੰ ਭੇਜ ਦੇਣੇ ਹੈਗੇ ਨੇ। 2 ਜਿਹੜੀਆਂ ਤੁਹਾਡੀਆਂ ਆਈਡੀਜ਼ ਹੈਗੀਆਂ ਨੇ ਤੇ ਬਾਕੀ ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ, ਤੁਹਾਨੂੰ ਇਹ ਨਹੀਂ ਹੋਊਗਾ ਵੀ ਕੋਈ ਪ੍ਰੋਬਲਮ ਆ ਗਿਆ, ਤੁਹਾਨੂੰ ਕਲੋਜ਼ਿੰਗ ਤੁਹਾਡੀ ਔਨ ਟਾਈਮ ਜਿਹੜੀ ਹੋਊਗੀ, ਭਾਵੇਂ ਤੁਸੀਂ A ਲੈਂਡਰ ਆ ਭਾਵੇਂ B ਲੈਂਡਰ ਆ ਜਾਂ ਪ੍ਰਾਈਵੇਟ ਆ, ਕਿੱਦਾਂ ਦੀ ਵੀ ਹੈਗੇ, ਤੁਹਾਨੂੰ ਸਾਰੇ ਜਿਹੜੇ ਡੀਲ ਕਰਦੇ ਨੇ। ਕਿਉਂਕਿ ਇੱਕ ਬ੍ਰੋਕਰ ਜਿਹੜਾ ਏਜੰਟ ਹੁੰਦਾ ਉਹਦੇ ਕੋਲ ਸਾਰੀਆਂ ਜਿਹੜੀਆਂ ਐਕਸੈਸ ਹੁੰਦੇ ਨੇ, ਸਾਰੀਆਂ ਬੈਂਕਾਂ ਦੇ ਐਕਸੈਸ ਹੁੰਦੇ ਨੇ, ਸਾਰੀ ਬ੍ਰੋਕਰਸ ਜਿਹੜੇ ਨੇ ਭਾਵੇਂ ਜਿਹੜੇ ਪ੍ਰਾਈਵੇਟ ਫੰਡ ਹੈਗੇ ਨੇ, B ਲੈਂਡਰ ਹੈਗੇ ਨੇ, ਉਹਨਾਂ ਦੇ ਸਾਰਿਆਂ ਦੇ ਐਕਸੈਸ ਹੁੰਦੇ ਨੇ। ਤੁਹਾਨੂੰ ਸ਼ਾਪ ਰਾਉਂਡ ਕਰਕੇ ਜਿੱਥੋਂ ਸਸਤਾ ਜਿਹੜਾ ਇੰਟਰਸਟ ਰੇਟ ਮਿਲਦਾ ਹੈਗਾ, ਤੁਹਾਨੂੰ ਉੱਥੋਂ ਹੀ ਜਿਹੜੀ ਮੌਰਗੇਜ ਕਰਵਾ ਕੇ ਤੁਹਾਨੂੰ ਫਾਇਦਾ ਕਰਦੇ ਨੇ, ਲੱਖਾਂ ਡਾਲਰਾਂ ਦਾ ਤੁਹਾਡਾ ਫਾਇਦਾ ਕਰਦੇ ਨੇ। ਜਿਸ ਹਿਸਾਬ ਨਾਲ ਭਨਾਗਰ ਸਾਹਿਬ ਹੁਣ ਮੌਰਗੇਜ ਦੇ ਇੰਟਰਸਟ ਰੇਟ ਡੇ ਬਾਏ ਡੇ ਉੱਪਰ ਜਾ ਰਹੇ ਹੈਗੇ ਨੇ। ਜੇ ਕਿਸੇ ਨੇ ਆਪਣੇ ਮਿਲੀਅਨ ਦਾ ਘਰ ਲਿਆ ਹੋਇਆ, ਜੇ ਉਹਦੀ ਪਹਿਲਾਂ 3000 ਸੀਗੀ, ਹੁਣ 5-6 ਹਜ਼ਾਰ ਡਾਲਰ ਜਿਹੜੀ ਮੌਰਗੇਜ ਹੋਈ ਹੈ। ਇਸ ਕਰਕੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਭਨਾਗਰ ਸਾਹਿਬ ਦੇ ਨਾਲ ਸੰਪਰਕ ਕਰ ਲਓ, ਤੁਸੀਂ ਲੱਖਾਂ
ਡਾਲਰਾਂ ਦਾ ਜਿਹੜਾ ਤੁਹਾਡਾ ਫਾਇਦਾ ਹੋ ਸਕਦਾ ਹੈਗਾ। ਅਗਰ ਜੇ 20-25 ਸਾਲ ਦੀ ਮੌਰਗੇਜ ਹੈਗੀ ਆ ਤੇ ਉਹਦੇ ਵਿੱਚ ਹਿਸਾਬ ਲਾ ਲਓ ਜੀ, ਜੇ ਤੁਹਾਨੂੰ $1000-1500 ਮਹੀਨੇ ਦਾ ਫਾਇਦਾ ਹੋ ਰਿਹਾ ਤੇ 20 ਸਾਲਾਂ ਦੇ ਵਿੱਚ ਲੱਖਾਂ ਡਾਲਰ ਦਾ ਜਿਹੜਾ ਫਾਇਦਾ ਹੋਊਗਾ। ਇੰਟਰਸਟ ਰੇਟ ਨੂੰ ਬੀਟ ਕਰਦੇ ਨੇ, ਤੁਹਾਨੂੰ ਬਹੁਤ ਵਧੀਆ ਇੰਟਰਸਟ ਰੇਟ ਦਵਾਉਂਦੇ ਹਨ। 647-702-2023 ਦੇ ਉੱਤੇ ਸਕਰੀਨ ਤੇ ਦਿੱਤੇ ਗਏ ਨੰਬਰ ਨੇ, ਸਾਡੇ ਕੋਲੋਂ ਐਨੀ ਟਾਈਮ ਤੁਸੀਂ ਨੰਬਰ ਵੀ ਲੈ ਸਕਦੇ ਹੈਗੇ ਹੋ। ਮਿੰਕ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਬੱਚਿਆਂ ਨੂੰ ਛੁੱਟੀਆਂ ਮਿਲੀਆਂ ਹੋਈਆਂ ਨੇ ਜੁਲਾਈ ਦੇ ਵਿੱਚ, ਕਿਉਂਕਿ ਜਿਹੜਾ ਨਵਾਂ ਹੁਣ ਬੱਚਿਆਂ ਨੇ ਨਵੇਂ ਸਕੂਲਾਂ ਦੇ ਵਿੱਚ ਗਾਹਾਂ ਜਾਣਾ ਹੈਗਾ। ਘਰ ਦੇਖਦੇ ਹੋ ਤੁਸੀਂ ਸਕੂਲ ਦੇ ਨੇੜੇ ਜਾਂ ਯੂਨੀਵਰਸਿਟੀ ਦੇ ਕੋਲ, ਤਾਂ ਤੁਹਾਡਾ ਆਪਣਾ ਭਰਾ ਕੁਲਦੀਪ ਗਿੱਲ ਆਲਵੇਜ਼ ਤੁਹਾਡੀ ਸੇਵਾ ਵਾਸਤੇ ਹਾਜ਼ਰ ਆ। ਤੇ ਮੌਰਗੇਜ ਆਪਾਂ ਤੁਹਾਨੂੰ ਇਧਰੋਂ ਕਰਵਾ ਕੇ ਦੇਵਾਂਗੇ ਇੱਕ, ਕਿਉਂਕਿ ਟੀਮ ਵਰਕ ਆ ਸਾਡਾ, ਰਲ ਮਿਲ ਕੇ ਅਸੀਂ ਟੀਮ ਵਰਕ ਕੰਮ ਕਰਦੇ ਹੈਗਾ ਮਾਰਕੀਟ ਦੇ ਵਿੱਚ ਬੜੇ ਲੰਬੇ ਸਮੇਂ ਤੋਂ। ਭਟਨਾਗਰ ਸਾਹਿਬ ਨੇ ਤੇ ਆਪਾਂ ਵੀ ਰੀਅਲ ਸਟੇਟ ਦੇ ਵਿੱਚ ਜਿਹੜੀਆਂ ਤੁਹਾਨੂੰ ਸੇਵਾਵਾਂ ਦੇ ਰਹੇ ਹੈਗੇ ਆ। 647-960-0770 ਮੇਰੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਤੁਸੀਂ, ਕਿਉਂਕਿ ਬੱਚਿਆਂ ਦਾ ਜਿਹੜੇ ਕਾਲਜ ਯੂਨੀਵਰਸਿਟੀ ਤੁਸੀਂ ਨੇੜੇ ਲੈਣੇ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਲਓ। 647-702-2023 ਦੇ ਉੱਤੇ ਭਟਨਾਗਰ ਸਾਹਿਬ ਦੇ ਨਾਲ ਸੰਪਰਕ ਕੀਤਾ ਜਾ ਸਕਦਾ GNE ਮੌਰਗੇਜ ਤੋਂ। ਤੇ ਹੁਣ ਲਈ ਆ ਆਪਾਂ ਇਜਾਜ਼ਤ, ਤੇ ਨੈਕਸਟ ਆਪਾਂ ਮੰਥ ਦੇ ਵਿੱਚ ਅਗਸਤ ਦੇ ਵਿੱਚ ਆਪਾਂ ਹੋਰ ਨਵਾਂ ਐਪੀਸੋਡ ਲੈ ਕੇ ਆਵਾਂਗੇ ਤੇ ਨਵਾਂ ਆਪਣੇ ਦਰਸ਼ਕਾਂ ਵਾਸਤੇ ਜਿਹੜਾ ਹੈਗਾ ਲੱਖਾਂ ਡਾਲਰਾਂ ਦਾ ਫਾਇਦਾ ਕਰਨ ਵਾਸਤੇ ਤੁਹਾਡੇ ਵਾਸਤੇ ਇੱਕ ਪੈਕੇਜ ਲੈ ਕੇ ਆਉਣਗੇ। ਤੇ ਜਦ ਤੱਕ ਜਿਉਂਦੇ ਵਸਦੇ ਰਹੋ, ਇੰਜੋਏ ਕਰੋ ਸਮਰ ਦਾ, ਤੇ ਲਈਏ ਫਤਿਹ। ਸਤਿ ਸ਼੍ਰੀ ਅਕਾਲ ਜੀ।